Hello students, but now from this video we are going to start our unit 8th. Unit 8th is atoms and nuclei. ओके तो वैसे काफ़ी हद तक ये ਜਿਹੜਾ यूनिट है ਤੁਹਾਨੂੰ ਕੈਮਿਸਟਰੀ ਬਾਰੇ ਰਿਮਾਈਂਡ ਕਰਵਾਏਗਾ ਕਿਉਂਕਿ ਕੈਮਿਸਟਰੀ 'ਚ ਕਾफ़ੀ ਕੁਝ ਤੁਸੀਂ ਐਟਮਸ ਐਂਡ ਨਿਊਕਲੀਆਈ ਬਾਰੇ ਪੜ੍ਹਦੇ ਹੋ ਹੈ ਨਾ ਲੇਕਿਨ ਫਿਰ ਵੀ ਇਹਨੂੰ ਇੱਕ ਵਾਰੀ ਆਪਾਂ ਫਿਜ਼ਿਕਸ ਦੇ ਤਰੀਕੇ ਨਾਲ ਪੜ੍ਹਦੇ ਹਾਂ ਓਕੇ ਸਭ ਤੋਂ ਪਹਿਲਾਂ ਜੋ ਐਟਮ ਦੀ ਡਿਸਕਵਰੀ ਕੀਤੀ ਸੀ ਜੇ ਥੋਮਸਨ ਨੇ ਕੀਤੀ ਸੀ ਸੋ ਆਪਾਂ ਥੋਮਸਨਸ ਮੋਡਲ ਆਫ ਐਟਮ डिस्कस करते हैं एटम बारे जे थॉमसन ने की कहा सीगा ये डिस्कस करांगे बेटा इस दे विच ठीक है तो बेटा थॉमसन ने एटम बारे कहा सीगा भी जिहड़ा एटम है एटम भी वो सफेरिकल शेप दा जिस दे विच पॉजिटिव चार्ज यूनीफॉर्मली डिस्ट्रीब्यूटेड है पॉजिटिव चार्जेस यूनीफॉर्मली डिस्ट्रीब्यूटेड एंड नैगेटिवली चार्ज इलैक्ट्रॉन्स जिहड़े ने ਉਹ ਇਸ ਤਰੀਕੇ ਨਾਲ ਇਸ 'ਚ ਇੰਬੈਡਿਡ ਹੈ ਕਿਤੇ ਕਿਤੇ ਜਿਵੇਂ ਵਾਟਰਮੈਲਨ 'ਚ ਸੀਡਸ ਹੁੰਦੇ ਨੇ ਲਾਈਕ ਜਿਵੇਂ ਇੱਥੇ ਨੈਗੇਟਿਵ ਚਾਰਜ ਐਵੇਂ ਇੰਬੈਡਿਡ ਹੈ ਜਿਵੇਂ ਵਾਟਰਮੈਲਨ 'ਚ ਸੀਡਸ ਹੁੰਦੇ ਨੇ like this ਐਵੇਂ ਕਿਤੇ ਕਿਤੇ ਇੰਬੈਡਿਡ ਹੈ ਲਾਈਕ ਸੀਡਸ ਇਨ ਵਾਟਰਮੈਲਨ ਇਹ ਚੀਜ਼ ਐਟਮ ਬਾਰੇ ਕਹੀ ਸੀ ਥੋਮਸਨ ਨੇ ਕੀ ਕਿਹਾ ਸੀ ਬੇਟਾ ਐਟਮ ਬਾਰੇ ਰਿਪੀਟ ਕਰ ਰਿਹਾ ਮੈਂ ਵੀ ਐਟਮ ਦੀ ਸ਼ੇਪ ਕਹੇ ਜੀ ਹੁੰਦੀ ਹੈ ਸਫੈਰੀਕਲ ਸ਼ੇਪ ਪੋਜ਼ਿਟਿਵ ਚਾਰਜ ਇਜ਼ ਯੂਨੀਫਾਰਮਲੀ ਡਿਸਟ੍ਰੀਬਿਊਟਿਡ ਪੋਜ਼ਿਟਿਵ charge is uniformly distributed पूरे एटम च यूनीफॉर्मली डिस्ट्रीब्यूटेड होंदा है एंड नेगेटिवली चार्ज इलेक्ट्रॉन्स आर प्रेजेंट just like seeds in ਵਾਟਰਮੈਲਨ ਜਿਵੇਂ ਵਾਟਰਮੈਲਨ 'ਚ ਸੀਡਸ ਹੁੰਦੇ ਨੇ ਵੀ ਨੈਗੇਟਿਵਲੀ ਚਾਰਜ ਐਟਮਸ ਇਲੈਕਟ੍ਰੋਨਸ ਉਵੇਂ ਹੋਣਗੇ ਕਿਤੇ ਕਿਤੇ ਠੀਕ ਹੈ ਪਰ ਥੋਮਸਨ ਦਾ ਇਹ ਮੋਡਲ ਫੇਲ ਹੋ ਗਿਆ ਸੀਗਾ ਉਹਦੀਆਂ ਲਿਮਿਟੇਸ਼ਨਸ ਕਾਰਨ ਲਿਮਿਟੇਸ਼ਨਸ ਆਫ ਥੋਮਸਨਸ ਮੋਡਲ ਉਹਦੀਆਂ ਆਪਣੀਆਂ ਕਮੀਆਂ ਕਾਰਨ ਇਹ ਮੋਡਲ ਫੇਲ ਹੋ ਗਿਆ ਸੀਗਾ ਬੇਟਾ ਫਸਟ ਲਿਮਿਟੇਸ਼ਨ ਇਹ ਸੀਗਾ ਵੀ ਇਹ ਮੋਡਲ ਹਾਈਡਰੋਜਨ ਐਟਮ ਦੀਆਂ ਸਪੈਕਟਰਲ ਸੀਰੀਜ਼ ਨੂੰ ਐਕਸਪਲੇਨ ਨਹੀਂ ਕਰ ਪਾਇਆ ਸੀ ਡਜ਼ ਨੋਟ ਐਕਸਪਲੇਨ the spectral series of hydrogen atom spectral series ਤੁਸੀਂ ਹਾਈਡਰੋਜਨ ਐਟਮ ਦੀਆਂ ਪੜ੍ਹੀਆਂ ਹੋਈਆਂ ਨੇ ਲਾਈਕ ਲਾਈਮਨ ਸੀਰੀਜ਼ ਬਾਲਮਰ ਸੀਰੀਜ਼ ਪਾਸ਼ਨ ਸੀਰੀਜ਼ ਬ੍ਰੈਕਟ ਸੀਰੀਜ਼ ਪੜ੍ਹੀਆਂ ਹੋਈਆਂ ਨੇ ਨਾ ਬੇਟਾ ਹੈ ਨਾ ਫੰਡ ਸੀਰੀਜ਼ ਉਹਨਾਂ ਸੀਰੀਜ਼ ਦੀ ਐਕਸਪਲੇਨੇਸ਼ਨ ਇਹ ਮੋਡਲ ਨਹੀਂ ਦੇ ਪਾਇਆ ਸੀਗਾ ਉਹਨਾਂ ਸੀਰੀਜ਼ ਬਾਰੇ ਐਕਸਪਲੇਨ ਨਹੀਂ ਕਰ ਪਾਇਆ ਸੀਗਾ ਇਹ ਮੋਡਲ ਸੋ ਇਹ ਮੋਡਲ ਦੀ ਲਿਮਿਟੇਸ਼ਨ ਸੀਗੀ ਵੀ ਇਹ ਜਿਹੜਾ ਮੋਡਲ ਸੀਗਾ ਇਹ ਸਪੈਕਟਰਲ ਸੀਰੀਜ਼ ਹਾਈਡਰੋਜਨ ਐਟਮ ਦੀਆਂ ਸਪੈਕਟਰਲ ਸੀਰੀਜ਼ ਨੂੰ ਐਕਸਪਲੇਨ ਨਹੀਂ ਕਰ ਪਾਇਆ ਸੀ ਇਹਦੀ ਸੈਕਿੰਡ ਲਿਮਿਟੇਸ਼ਨ ਸੀਗੀ this model does not explain that some alpha particles scatters at large angle why ਵੀ ਕੁਛ ਅਲਫਾ ਪਾਰਟੀਕਲਸ ਜਦੋਂ ਐਟਮ ਚੋਂ ਪਾਸ ਹੁੰਦੇ ਨੇ
ਤਾਂ ਕੁਝ ਅਲਫਾ ਪਾਰਟੀਕਲਸ ਲਾਰਜ ਐਂਗਲ ਤੇ ਸਕੈਟਰ ਹੋ ਜਾਂਦੇ ਨੇ, ਲਾਰਜ ਐਂਗਲ ਤੇ ਮੁੜ ਜਾਂਦੇ ਨੇ ਬੇਟਾ। ਸਕੈਟਰਸ ਐਟ ਲਾਰਜ ਐਂਗਲ, ਸਮ ਅਲਫਾ ਪਾਰਟੀਕਲਸ ਸਕੈਟਰਸ ਐਟ ਲਾਰਜ ਐਂਗਲ। ਓਕੇ, ਵੀ ਜਦੋਂ ਅਲਫਾ ਪਾਰਟੀਕਲ ਐਟਮ ਚੋਂ ਨਿਕਲਦੇ ਨੇ ਤਾਂ ਕੁਝ ਅਲਫਾ ਪਾਰਟੀਕਲ ਲਾਰਜ ਐਂਗਲ ਤੇ ਕਿਉਂ ਮੁੜ ਜਾਂਦੇ ਨੇ, ਇਹ ਚੀਜ਼ ਵੀ ਇਹ ਮੋਡਲ ਐਕਸਪਲੇਨ ਨਹੀਂ ਕਰ ਪਾਇਆ ਸੀ। ਆਪਣੀਆਂ ਇਹਨਾਂ ਲਿਮਿਟੇਸ਼ਨਸ ਕਾਰਨ, ਥੀਸ ਆਰ ਦ ਲਿਮਿਟੇਸ਼ਨਸ ਆਫ ਥੋਮਸਨਸ ਮੋਡਲ ਬੇਟਾ, ਆਪਣੀਆਂ ਇਹਨਾਂ ਲਿਮਿਟੇਸ਼ਨਸ ਕਾਰਨ ਇਹ ਮੋਡਲ ਫੇਲ ਹੋ ਗਿਆ ਸੀਗਾ। ਲਿਮਿਟੇਸ਼ਨ ਸਮਝ ਆ ਗਈਆਂ? ਪਹਿਲੀ ਲਿਮਿਟੇਸ਼ਨ ਕੀ ਸੀਗੀ, ਵੀ ਇਸ ਮੋਡਲ ਦੇ ਹੈਲਪ ਲੈ ਕੇ ਹਾਈਡਰੋਜਨ ਐਟਮ ਦੀਆਂ ਸਪੈਕਟਰਲ ਸੀਰੀਜ਼ ਐਕਸਪਲੇਨ ਨਹੀਂ ਹੁੰਦੀਆਂ ਸੀਗੀਆਂ। ਇਹ ਮੋਡਲ ਹਾਈਡਰੋਜਨ ਐਟਮ ਦੀਆਂ ਸਪੈਕਟਰਲ ਸੀਰੀਜ਼ ਐਕਸਪਲੇਨ ਨਹੀਂ ਕਰ ਪਾ ਰਿਹਾ ਸੀਗਾ। ਇਸ ਕਰਕੇ ਮੰਨਿਆ ਜਾਂਦਾ ਸੀ ਵੀ ਸ਼ਾਇਦ ਇਸ ਮੋਡਲ 'ਚ ਕੁਝ ਚੀਜ਼ ਗਲਤ ਹੈ। ਅਤੇ ਦੂਸਰਾ ਵੀ ਜਦੋਂ ਅਲਫਾ ਪਾਰਟੀਕਲਸ ਐਟਮ 'ਚੋਂ ਨਿਕਲਦੇ ਨੇ, ਜਦੋਂ ਅਲਫਾ ਪਾਰਟੀਕਲਸ ਐਟਮ 'ਚੋਂ ਪਾਸ ਆਊਟ ਹੁੰਦੇ ਨੇ ਤਾਂ ਕੁਝ ਅਲਫਾ ਪਾਰਟੀਕਲਸ ਲਾਰਜ ਐਂਗਲ 'ਤੇ ਮੁੜ ਜਾਂਦੇ ਨੇ, ਕੁਝ ਅਲਫਾ ਪਾਰਟੀਕਲਸ ਲਾਰਜ ਐਂਗਲ 'ਤੇ ਮੁੜ ਜਾਂਦੇ ਨੇ, ਸਕੈਟਰ ਹੋ ਜਾਂਦੇ ਨੇ। ਉਹ ਲਾਰਜ ਐਂਗਲ 'ਤੇ ਅਲਫਾ ਪਾਰਟੀਕਲ ਸਕੈਟਰ ਕਿਉਂ ਹੁੰਦੇ ਨੇ, ਵਾਈ, ਇਹ ਵੀ ਇਹ ਮੋਡਲ ਐਕਸਪਲੇਨ ਨਹੀਂ ਕਰ ਪਾਇਆ ਸੀਗਾ। ਤਾਂ ਇਹਨਾਂ ਲਿਮਿਟੇਸ਼ਨਸ ਕਰਕੇ ਇਹ ਜਿਹੜਾ ਥੋਮਸਨਸ ਮੋਡਲ ਸੀਗਾ ਇਹ ਫੇਲ ਹੋ ਗਿਆ ਸੀਗਾ ਬੇਟਾ। ਠੀਕ ਹੈ, ਇਸ ਤੋਂ ਬਾਅਦ ਰਦਰਫੋਰਡ ਨੇ ਨਿਊਕਲੀਅਸ ਦੀ ਡਿਸਕਵਰੀ ਕੀਤੀ ਸੀ ਆਪਣੇ ਇੱਕ ਐਕਸਪੈਰੀਮੈਂਟ ਨਾਲ। ਰਦਰਫੋਰਡਸ ਅਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ, ਜਿਸ ਨੂੰ ਡਿਸਕਵਰੀ ਆਫ ਨਿਊਕਲੀਅਸ ਵੀ ਬੋਲਿਆ ਜਾਂਦਾ ਹੈ। ਨਿਊਕਲੀਅਸ ਦੀ ਡਿਸਕਵਰੀ ਹੋਈ ਸੀ ਬੇਟਾ ਇਸ ਐਕਸਪੈਰੀਮੈਂਟ ਤੋਂ, ਰਦਰਫੋਰਡ ਅਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ ਤੋਂ। ਠੀਕ ਹੈ, ਆਪਾਂ ਪਹਿਲਾਂ ਇਹ ਡਿਸਕਸ ਕਰਾਂਗੇ ਵੀ ਇਸ ਐਕਸਪੈਰੀਮੈਂਟ 'ਚ ਰਦਰਫੋਰਡ ਨੇ ਕੀ ਆਪਰੇਟਰਸ ਯੂਜ਼ ਕੀਤਾ। ਠੀਕ ਹੈ, ਫਿਰ ਕੀ ਐਕਸਪੈਰੀਮੈਂਟ ਪਰਫੋਰਮ ਕੀਤਾ, ਉਸ ਐਕਸਪੈਰੀਮੈਂਟ ਤੋਂ ਉਹਨੇ ਕੀ ਕਨਕਲੂਜ਼ਨਸ ਕੱਢੇ, ਨਿਊਕਲੀਅਸ ਦੀ ਡਿਸਕਵਰੀ ਕਿਵੇਂ ਹੋਈ, ਇਹ ਸਾਰੇ ਆਨਸਰਸ ਤੁਹਾਨੂੰ ਇਸ ਐਕਸਪੈਰੀਮੈਂਟ 'ਚ ਮਿਲਣਗੇ ਬੇਟਾ। ਠੀਕ ਹੈ, ਤਾਂ ਇਸ ਐਕਸਪੈਰੀਮੈਂਟ ਦੇ ਵਿੱਚ ਆਪਾਂ, ਮੈਂ ਉਹਦੀ ਡਾਇਗਰਾਮ ਇੱਧਰ ਬਣਾ ਰਿਹਾ ਬੇਟਾ। ਇੱਕ ਲੈਡ ਕੈਵਿਟੀ ਯੂਜ਼ ਕੀਤੀ ਗਈ, ਲੈਡ ਕੈਵਿਟੀ। ਲੈਡ ਕੈਵਿਟੀ ਹੁੰਦੀ ਹੈ ਬੇਟਾ ਵੀ ਜਿਹੜੀਆਂ ਸਾਰੇ ਤਰ੍ਹਾਂ ਦੀਆਂ ਰੇਡੀਏਸ਼ਨਸ ਅਬਜ਼ੋਰਬ ਕਰ ਲੈਂਦੀ ਹੈ, ਇੱਧਰ ਉੱਧਰ ਰੇਡੀਏਸ਼ਨਸ ਨੂੰ ਫੈਲਣ ਨਹੀਂ ਦਿੰਦੀ। ਲੈਡ ਮਟੀਰੀਅਲ ਦੀ ਕੈਵਿਟੀ, ਇਸ ਦੇ ਵਿੱਚੋਂ ਰੇਡੀਓ ਐਕਟਿਵ ਸਬਸਟਾਂਸ ਰੱਖਿਆ ਗਿਆ ਜਿਹੜਾ ਕੰਟੀਨਿਊਸਲੀ ਰੇਡੀਏਸ਼ਨਸ ਅਮਿਟ ਕਰ ਰਿਹਾ ਸੀ। ਕੰਟੀਨਿਊਸਲੀ ਅਲਫਾ ਪਾਰਟੀਕਲਸ, ਸੋਰਸ ਆਫ ਅਲਫਾ ਪਾਰਟੀਕਲ ਰੱਖਿਆ ਗਿਆ ਬੇਟਾ, source of radioactive substance या कह लो source of alpha particle। ठीक है, ਇਹਦੇ ਅੱਗੇ ਇੱਕ ਕੋਲੀਮੇਟਰ ਰੱਖਿਆ ਗਿਆ, ਇੱਕ ਸਲਿੱਟ ਬਣਾਈ ਗਈ ਬੇਟਾ, ਇਹਨੂੰ ਕੋਲੀਮੇਟਰ ਕਹਿੰਦੇ ਨੇ। ਕੋਲੀਮੀਟਰ ਹੈ ਨਾ, ਇਹ ਅਲਫਾ ਪਾਰਟੀਕਲਸ ਜਿਹੜੇ ਇੱਧਰ ਉੱਧਰ ਜਾਣਗੇ ਉਹਨਾਂ ਨੂੰ ਤਾਂ ਇਹ ਕੋਲੀਮੀਟਰ ਬਲੌਕ ਕਰ ਲੇਗਾ, ਰੋਕ ਲੇਗਾ, ਆਪਣੇ ਵਿੱਚੋਂ ਪਾਸ ਆਊਟ ਹੋਣ ਨਹੀਂ ਦੇਗਾ, ਹੈ ਨਾ। ਲੇਕਿਨ ਜਿਹੜੇ ਅਲਫਾ ਪਾਰਟੀਕਲਸ ਸਟ੍ਰੇਟ ਜਾਣਗੇ ਉਹਨਾਂ ਵਿੱਚੋਂ ਉਹ ਇਸ ਸਲਿੱਟ 'ਚੋਂ ਪਾਸ ਆਊਟ ਹੋ ਜਾਣਗੇ ਬੇਟਾ, ਅਲਫਾ ਪਾਰਟੀਕਲਸ। ਬਾਕੀ ਅਲਫਾ ਪਾਰਟੀਕਲਸ ਨੂੰ ਤਾਂ ਇਹ ਕੋਲੀਮੀਟਰ ਰੋਕ ਲੇਗਾ, ਇੱਧਰਲੇ ਅਲਫਾ ਪਾਰਟੀਕਲਸ ਨੂੰ ਰੋਕ ਲੇਗਾ, ਇੱਧਰਲੇ ਅਲਫਾ ਪਾਰਟੀਕਲਸ ਨੂੰ ਰੋਕ ਲੇਗਾ, ਬਸ ਜਿਹੜੇ ਪਾਰਟੀਕਲਸ ਆ ਸਟ੍ਰੇਟ ਜਾਣਗੇ। ਐਵੇਂ ਆਪਣੇ ਕੋਲ ਇੱਕ ਅਲਫਾ ਪਾਰਟੀਕਲ ਦੀ ਬੀਮ ਓਬਟੇਨ ਹੋ ਜਾਏਗੀ, ਬੀਮ। ਬੀਮ ਆਫ ਅਲਫਾ ਪਾਰਟੀਕਲਸ। ਇਹ ਬੀਮ ਫਿਰ ਇੱਕ ਗੋਲਡ ਫੋਇਲ 'ਤੇ ਸਟਰਾਈਕ ਕਰਵਾਈ ਗਈ,
ਇੱਥੇ ਇੱਕ ਪਤਲੀ ਜੀ ਸ਼ੀਟ ਰੱਖੀ ਗਈ ਗੋਲਡ ਦੀ, ਗੋਲਡ ਫੋਇਲ, ਜਿਸ ਨੂੰ ਚਾਰੇ ਪਾਸਿਓਂ ਕਵਰ ਕੀਤਾ ਗਿਆ ਸੀਗਾ, ਚਾਰੇ ਪਾਸੇ ਜਿੰਕ ਸਲਫਾਈਡ ਦੀ ਸਕਰੀਨ ਨਾਲ, ਜਿੰਕ ਸਲਫਾਈਡ ਸਕਰੀਨ, ਜਿੰਕ ਸਲਫਾਈਡ ਦੀ ਸਕਰੀਨ ਨਾਲ ਚਾਰੇ ਪਾਸੇ ਉਹਨੂੰ ਕਵਰ ਕੀਤਾ ਗਿਆ ਸੀ। ਉਹ ਇਸ ਕਰਕੇ ਕਵਰ ਕੀਤਾ ਗਿਆ ਸੀਗਾ ਵੀ ਜਦੋਂ ਅਲਫਾ ਪਾਰਟੀਕਲਸ ਜਿੰਕ ਸਲਫਾਈਡ 'ਤੇ ਟਕਰਾਉਂਦੇ ਨੇ, ਵੈਨ ਅਲਫਾ ਪਾਰਟੀਕਲਸ ਸਟਰਾਈਕ ਔਨ ਜਿੰਕ ਸਲਫਾਈਡ, ਹੈ ਨਾ, ਤਾਂ ਉਹ ਸਿੰਟੀਲੇਸ਼ਨਸ ਪ੍ਰੋਡਿਊਸ ਕਰਦੇ ਨੇ, ਦੇ ਪ੍ਰੋਡਿਊਸ ਸਿੰਟੀਲੇਸ਼ਨਸ। ਸਿੰਟੀਲੇਸ਼ਨਸ ਦਾ ਮਤਲਬ ਹੁੰਦਾ ਲਿਸ਼ਕੋਰ, ਬਰਾਈਟਨੈਸ। ਮੰਨ ਲਓ ਜਿਵੇਂ ਇੱਥੇ ਅਲਫਾ ਪਾਰਟੀਕਲ ਟਕਰਾਇਆ ਤਾਂ ਉਹਦੇ ਲਿਸ਼ਕੋਰ ਪ੍ਰੋਡਿਊਸ ਹੋਏਗੀ, ਉਸ ਲਿਸ਼ਕੋਰ ਤੋਂ ਸਾਨੂੰ ਪਤਾ ਚੱਲ ਜਾਏਗਾ ਵੀ ਇੱਥੇ ਅਲਫਾ ਪਾਰਟੀਕਲ ਸਟਰਾਈਕ ਕੀਤਾ। ਉਰੇ ਅਲਫਾ ਪਾਰਟੀਕਲ ਟਕਰਾਇਆ ਤਾਂ ਉਰੇ ਲਿਸ਼ਕੋਰ ਪ੍ਰੋਡਿਊਸ ਹੋਏਗੀ, ਉਰੇ ਅਲਫਾ ਪਾਰਟੀਕਲ ਟਕਰਾਇਆ ਤਾਂ ਉਰੇ ਲਿਸ਼ਕੋਰ ਪ੍ਰੋਡਿਊਸ ਹੋਏਗੀ। ਉਸ ਬਰਾਈਟਨੈਸ ਨੂੰ, ਉਸ ਲਿਸ਼ਕੋਰ ਨੂੰ ਬੋਲਦੇ ਨੇ ਸਿੰਟੀਲੇਸ਼ਨਸ। ਤਾਂ ਅਲਫਾ ਪਾਰਟੀਕਲਸ ਹੈ ਨਾ ਡਿਟੈਕਟ ਕਰਨ ਵਾਸਤੇ ਆ ਸਕਰੀਨ ਯੂਜ਼ ਕੀਤੀ ਗਈ ਸੀਗੀ ਵੀ ਅਲਫਾ ਪਾਰਟੀਕਲ ਕਿੱਥੇ ਕਿੱਥੇ ਟਕਰਾਏ, ਉਰੇ ਟਕਰਾਏ, ਉਰੇ ਟਕਰਾਏ, ਉਰੇ ਕਿੱਥੇ ਕਿੱਥੇ ਟਕਰਾਏ। ਉਸ ਵਾਸਤੇ ਜਿੰਕ ਸਲਫਾਈਡ ਦੀ ਸਕਰੀਨ ਯੂਜ਼ ਕੀਤੀ ਸੀ। ਜਿੱਥੇ ਵੀ ਅਲਫਾ ਪਾਰਟੀਕਲ ਟਕਰਾਏਗਾ ਇਸ ਸਕਰੀਨ ਦੇ ਉੱਪਰ, ਹੈ ਨਾ, ਜਿੱਥੇ ਵੀ, ਉੱਥੇ ਲਿਸ਼ਕੋਰ ਪ੍ਰੋਡਿਊਸ ਹੋਏਗੀ। ਉਸ ਲਿਸ਼ਕੋਰ ਨੂੰ ਅਸੀਂ ਕੀ ਬੋਲਦੇ ਨੇ, ਸਿੰਟੀਲੇਸ਼ਨਸ। ਇਹ ਆਪਰੇਟਸ ਯੂਜ਼ ਕੀਤਾ ਗਿਆ ਸੀਗਾ ਬੇਟਾ ਰਦਰਫੋਰਡ ਵੱਲੋਂ, ਇੱਕ ਲੈਡ ਕੈਵਿਟੀ ਜਿਸ 'ਚ ਇੱਕ ਰੇਡੀਓ ਐਕਟਿਵ ਸਬਸਟਾਂਸ ਰੱਖਿਆ ਗਿਆ ਸੀਗਾ, ਹੈ ਨਾ, ਮੋਸਟ ਪ੍ਰੈਫਰੇਬਲੀ ਇਟ ਇਜ਼ ਅ ਸੋਰਸ ਆਫ ਅਲਫਾ ਪਾਰਟੀਕਲ। ਤਾਂ ਬਹੁਤ ਸਾਰੇ ਅਲਫਾ ਪਾਰਟੀਕਲਸ ਉਹ ਸੋਰਸ 'ਚੋਂ ਇਮਿਟ ਹੋ ਰਹੇ ਸੀਗੇ, ਹੈ ਨਾ, ਅਤੇ ਉਹਦੇ ਸਾਹਮਣੇ ਰੱਖਿਆ ਗਿਆ ਸੀ ਕੋਲੀਮੀਟਰ। ਕੋਲੀਮੀਟਰ ਦੀ ਹੈਲਪ ਦੇ ਨਾਲ ਸਾਡੇ ਕੋਲ ਅਲਫਾ ਪਾਰਟੀਕਲਸ ਦੀ ਇੱਕ ਬੀਮ ਓਬਟੇਨ ਹੋ ਗਈ ਸੀਗੀ। ਉਸ ਬੀਮ ਨੂੰ ਗੋਲਡ ਫੋਇਲ 'ਤੇ ਸਟਰਾਈਕ ਕਰਵਾਇਆ ਗਿਆ ਸੀਗਾ। ਗੋਲਡ ਫੋਇਲ ਇਜ਼ ਕਵਰਡ ਵਿਦ ਜਿੰਕ ਸਲਫਾਈਡ ਸਕਰੀਨ। ਗੋਲਡ ਫੋਇਲ ਨੂੰ ਕਵਰ ਕੀਤਾ ਗਿਆ ਸੀ ਚਾਰੇ ਪਾਸਿਓਂ ਜਿੰਕ ਸਲਫਾਈਡ ਦੀ ਸਕਰੀਨ ਨਾਲ, ਹੈ ਨਾ। ਤਾਂ ਜਿੰਕ ਸਲਫਾਈਡ ਦੀ ਸਕਰੀਨ 'ਤੇ ਜਦੋਂ ਅਲਫਾ ਪਾਰਟੀਕਲ ਸਟਰਾਈਕ ਹੋਣਗੇ ਦੇ ਪ੍ਰੋਡਿਊਸਿਸ ਸਿੰਟੀਲੇਸ਼ਨਸ। ਇਹ ਸੀਗਾ ਉਹਦਾ ਆਪਰੇਟਸ, ਠੀਕ ਹੈ। ਆਪਰੇਟਸ ਸਮਝ ਆ ਗਿਆ। ਐਕਸਪੈਰੀਮੈਂਟ ਉਹਨੇ ਇਹੀ ਐਕਸਪੈਰੀਮੈਂਟ ਪਰਫੋਰਮ ਕੀਤਾ ਵੀ ਰੇਡੀਓ ਐਕਟਿਵ ਸਬਸਟਾਂਸ 'ਚੋਂ ਅਲਫਾ ਪਾਰਟੀਕਲਸ ਨਿਕਲ ਰਹੇ ਸੀ। ਉਹਨਾਂ ਅਲਫਾ ਪਾਰਟੀਕਲਸ ਦੀ ਇੱਕ ਬੀਮ ਬਣਾ ਲਈ ਵਿਦ ਦਾ ਹੈਲਪ ਆਫ ਕੋਲੀਮੀਟਰ, ਵਿਦ ਦਾ ਹੈਲਪ ਆਫ ਕੋਲੀਮੀਟਰ, ਹੈ ਨਾ। ਹੀ ਮੇਕ ਅ ਬੀਮ ਐਂਡ ਦਿਸ ਬੀਮ ਹੀ ਸਟਰਾਈਕਸ ਔਨ ਅ ਗੋਲਡ ਫੋਇਲ ਨਿਊਕਲੀਅਸ। ਗੋਲਡ ਫੋਇਲ ਦੇ ਉੱਪਰ ਸਟਰਾਈਕ ਕੀਤੀ ਐਂਡ ਆਪਣਾ ਓਬਜ਼ਰਵੇਸ਼ਨਸ ਨੋਟ ਕੀਤੀਆਂ। ਤਾਂ ਉਹਨੇ ਕੀ ਕੀ ਓਬਜ਼ਰਵੇਸ਼ਨਸ ਨੋਟ ਕੀਤੀਆਂ? ਉਹਨੇ ਬੇਟਾ ਸਭ ਤੋਂ ਪਹਿਲੀ ਓਬਜ਼ਰਵੇਸ਼ਨ ਉਹਨੇ ਨੋਟ ਕੀਤੀ ਵੀ 75% ਆਫ ਅਲਫਾ ਪਾਰਟੀਕਲਸ passes as such without any deflection। ਵੀ 70, ਅਗਰ ਟੋਟਲ 100% ਆਪਾਂ ਲੈਂਦੇ ਤਾਂ 75% ਅਲਫਾ ਪਾਰਟੀਕਲਸ ਇਹੋ ਜਿਹੇ ਸੀਗੇ ਜਿਹੜੇ ਐਜ਼ ਇਟ ਇਜ਼ ਸਟ੍ਰੇਟ ਪਾਸ ਆਊਟ ਕਰ ਰਹੇ ਸੀ ਵਿਦਾਊਟ ਐਨੀ ਡਿਫਲੈਕਸ਼ਨ। 75 ਅਲਫਾ ਪਾਰਟੀਕਲਸ ਬਿਨਾਂ ਕਿਸੇ ਡਿਫਲੈਕਸ਼ਨ ਤੋਂ ਸਟ੍ਰੇਟ ਪਾਸ ਆਊਟ ਕਰ ਰਹੇ ਸੀ। ਸੈਕਿੰਡ ਓਬਜ਼ਰਵੇਸ਼ਨ ਉਹਦੀ ਇਹ ਸੀਗੀ ਵੀ 20% ਆਫ ਅਲਫਾ ਪਾਰਟੀਕਲਸ ਸਕੈਟਰਸ ਐਟ ਸਮੋਲ ਐਂਗਲਸ। ਵੀ ਕੁਛ ਅਲਫਾ ਪਾਰਟੀਕਲਸ ਇੱਧਰ ਨੂੰ ਸਕੈਟਰ ਹੋ ਗਏ, ਕੁਛ ਇੱਧਰ ਨੂੰ ਸਮੋਲ ਐਂਗਲਸ 'ਤੇ ਜਿਹੜੇ ਮੁੜ ਗਏ, ਜਿਹੜੇ ਸਮੋਲ ਐਂਗਲਸ 'ਤੇ ਮੁੜ ਗਏ ਬੇਟਾ, ਹੈ ਨਾ। ਆਹ ਵਾਲੇ ਐਵੇਂ, ਆਹ ਵਾਲੇ ਜਿਹੜੇ ਸਮੋਲ ਐਂਗਲਸ 'ਤੇ ਡੈਵੀਏਟ ਹੋ ਗਏ, ਹੈ ਨਾ। ਇਹਨਾਂ ਦੀ ਗਿਣਤੀ ਸੀਗੀ 20%। ਇਹ 20% ਸੀਗੇ ਬੇਟਾ। 20% ਅਲਫਾ ਪਾਰਟੀਕਲਸ ਇਹੋ ਜਿਹੇ ਸੀਗੇ ਜਿਹੜੇ ਇੱਧਰ ਉੱਧਰ ਸਮੋਲ ਐਂਗਲਸ 'ਤੇ ਡੈਵੀਏਟ ਹੋ ਗਏ ਸੀਗੇ, ਠੀਕ ਹੈ। ਥਰਡ ਓਬਜ਼ਰਵੇਸ਼ਨ ਉਹਦੀ ਇਹ ਸੀਗੀ 4% ਆਫ ਅਲਫਾ ਪਾਰਟੀਕਲਸ ਸਕੈਟਰਸ ਐਟ ਲਾਰਜ ਐਂਗਲ। ਲਾਰਜ ਐਂਗਲ 'ਤੇ ਜਿਹੜੇ ਮਤਲਬ ਐਵੇਂ ਗਏ, ਉਸ ਤੋਂ ਲਾਰਜ ਐਂਗਲ 'ਤੇ ਮੁੜ ਗਏ ਇੱਧਰ। ਇਹਨਾਂ ਦੀ ਗਿਣਤੀ ਸਿਰਫ 4% ਸੀਗੀ, 4%, ਠੀਕ ਹੈ। ਐਂਡ ਫੋਰਥ ਓਬਜ਼ਰਵੇਸ਼ਨ ਸੀਗੀ ਓਨਲੀ 1% ਆਫ ਅਲਫਾ ਪਾਰਟੀਕਲ ਸਕੈਟਰਸ ਐਟ 180 ਡਿਗਰੀ ਐਂਗਲ। ਕੁਛ ਅਲਫਾ ਪਾਰਟੀਕਲ ਇਹੋ ਜਿਹੇ ਵੀ ਸੀਗੇ ਜਿਹੜੇ ਬਿਲਕੁਲ ਵਾਪਿਸ ਮੁੜ ਗਏ, ਬਿਲਕੁਲ ਵਾਪਿਸ,
180 डिग्री ਤੇ ਇਹਨਾਂ ਦੀ ਗਿਣਤੀ ਸੀਗੀ ਸਿਰਫ 1%। ਇੱਕ ਜਾਂ ਦੋ ਅਲਫਾ ਪਾਰਟੀਕਲਸ ਇਹੋ ਜਿਹੇ ਵੀ ਸੀਗੇ ਜਿਹੜੇ ਵਾਪਸ ਮੁੜ ਜਾਂਦੇ ਸੀਗੇ। ਤਾਂ ਇਹ ਉਹਦੀਆਂ ਓਬਜ਼ਰਵੇਸ਼ਨਸ ਸੀਗੀਆਂ ਬੇਟਾ, ਵੀ ਜਿੰਨੇ ਅਲਫਾ ਪਾਰਟੀਕਲਸ ਦੀ ਇਹ ਬੀਮ ਬਣ ਰਹੀ ਹੈ 100%, ਹੈ ਨਾ, 100% ਚੋਂ 75% ਪਾਰਟੀਕਲਸ passes as such straight, 20% particles are scatters at small angles, 4% particles scatters at large angle, ਵੀ ਐਵੇਂ ਗਏ and large angle ਤੇ scattering ਹੋ ਗਈ, large angle ਤੇ, ਠੀਕ ਹੈ। ਐਂਡ 1% ਅਲਫਾ ਪਾਰਟੀਕਲ ਇਹੋ ਜਿਹੇ ਵੀ ਸੀਗੇ ਜਿਹੜੇ ਬਿਲਕੁਲ ਵਾਪਸ ਮੁੜ ਗਏ 180 ਡਿਗਰੀ ਤੇ ਮੁੜ ਗਏ, ਠੀਕ ਹੈ। ਤਾਂ ਇਹਨਾਂ ਓਬਜ਼ਰਵੇਸ਼ਨਸ ਨੂੰ ਦੇਖਦੇ ਹੋਏ ਰਦਰਫੋਰਡ ਨੇ ਕਨਕਲੂਜ਼ਨਸ ਕੱਢੇ। ਇਹਨਾਂ ਓਬਜ਼ਰਵੇਸ਼ਨਸ ਨੂੰ ਦੇਖਦੇ ਹੋਏ ਰਦਰਫੋਰਡ ਨੇ ਕਨਕਲੂਜ਼ਨਸ ਬਣਾਏ। ਕਨਕਲੂਜ਼ਨਸ ਉਹਨੇ ਕੀ ਬਣਾਏ? ਉਹਨੇ ਕਿਹਾ ਵੀ 75% ਅਲਫਾ ਪਾਰਟੀਕਲਸ ਪਾਸਿਸ ਐਜ਼ ਸੱਚ ਵਿਦਾਊਟ ਐਨੀ ਡਿਫਲੈਕਸ਼ਨ। ਇਹਦਾ ਮਤਲਬ ਵੀ ਐਟਮ ਸਫੈਰੀਕਲ ਹੁੰਦਾ ਹੈ ਨਾ, ਅਤੇ ਉਸ ਐਟਮ ਦੀ ਬਹੁਤ ਸਾਰੀ ਸਪੇਸ ਐਮਪਟੀ ਹੈ ਜਿਸ ਦੇ ਵਿੱਚੋਂ ਅਲਫਾ ਪਾਰਟੀਕਲਸ ਐਜ਼ ਇਟ ਇਜ਼ ਪਾਸ ਆਊਟ ਹੋ ਰਹੇ ਨੇ। ਬਹੁਤ ਸਾਰੀ ਸਪੇਸ ਐਟਮ ਦੀ ਐਮਪਟੀ ਹੈ ਨਾ, ਜਿਸ ਸਪੇਸ 'ਚੋਂ ਅਲਫਾ ਪਾਰਟੀਕਲ ਐਜ਼ ਸੱਚ ਬਿਨਾਂ ਸਕੈਟਰ ਕੀਤੇ, ਬਿਨਾਂ ਬੈਂਡ ਹੋਏ, ਐਜ਼ ਸੱਚ ਪਾਸ ਆਊਟ ਹੋਏ, ਲਾਈਕ ਦਿਸ। ਐਵੇਂ ਬਹੁਤ ਸਾਰੀ ਸਪੇਸ ਖਾਲੀ ਹੈ ਨਾ, ਵੀ ਜਿਹੜੇ ਬਹੁਤ ਸਾਰੇ ਅਲਫਾ ਪਾਰਟੀਕਲਸ ਹੈ 75% ਆਫ ਅਲਫਾ ਪਾਰਟੀਕਲਸ ਆਰ ਪਾਸਿਸ ਐਜ਼ ਸੱਚ। ਐਟਮ ਦੀ ਬਹੁਤ ਸਾਰੀ ਸਪੇਸ ਖਾਲੀ ਹੈ। ਐਟਮ ਇਜ਼ ਸਫੈਰੀਕਲ ਇਨ ਸ਼ੇਪ, ਐਟਮ ਦੀ ਸ਼ੇਪ ਕਿਹੋ ਜਿਹੀ ਹੈ ਬੇਟਾ? ਸਫੈਰੀਕਲ ਹੈ, ਅਤੇ ਐਟਮ ਦੀ ਬਹੁਤ ਸਾਰੀ ਸਪੇਸ ਖਾਲੀ ਹੈ, ਠੀਕ ਹੈ। ਤਾਂ ਜਿਹੜੀ ਇਹ ਜਿਹੜੀ ਫਸਟ ਓਬਜ਼ਰਵੇਸ਼ਨ ਸੀ, ਇਸ ਤੋਂ ਕਨਕਲੂਜ਼ਨ ਨਿਕਲਿਆ ਸੀ, ਠੀਕ ਹੈ, ਵੀ ਇਹਦੀ ਬਹੁਤ ਸਾਰੀ ਸਪੇਸ ਐਮਪਟੀ ਹੈ। ਐਟਮ ਹੈਵ ਲਾਰਜ ਐਮਪਟੀ ਸਪੇਸ, ਐਮਪਟੀ ਸਪੇਸ ਲਾਰਜ ਹੈ, ਖਾਲੀ ਹੈ ਐਟਮ ਦੇ ਵਿੱਚ। ਅਤੇ 20% ਆਫ ਅਲਫਾ ਪਾਰਟੀਕਲ ਸਕੈਟਰਡ ਐਟ ਸਮੋਲ ਐਂਗਲਸ, ਹੈ ਨਾ। ਤਾਂ ਦੈਟ ਮੀਨਸ ਵੀ ਅਗਰ 20% ਅਲਫਾ ਪਾਰਟੀਕਲਸ ਲਾਈਕ ਦਿਸ, ਕੁਛ ਅਲਫਾ ਪਾਰਟੀਕਲਸ ਇਹੋ ਜਿਹੇ ਵੀ ਸੀਗੇ ਨਾ ਜਿਹੜੇ ਸਮੋਲ ਐਂਗਲਸ 'ਤੇ ਸਕੈਟਰ ਹੋਏ ਸੀਗੇ, ਮਤਲਬ ਉਹਨਾਂ ਨੇ ਸਟ੍ਰੇਟ ਜਾਣਾ ਸੀਗਾ ਬਟ ਉਹ ਸਟ੍ਰੇਟ ਨਹੀਂ ਗਏ, ਸਮੋਲ ਐਂਗਲ 'ਤੇ ਮੁੜ ਗਏ ਇੱਧਰ ਨੂੰ ਜਾਂ ਇੱਧਰ ਨੂੰ। ਦੇ ਸਕੈਟਰਸ ਐਟ ਸਮੋਲ ਐਂਗਲ। ਇਹ 20% ਅਲਫਾ ਪਾਰਟੀਕਲ ਸੀਗੇ। ਤਾਂ ਬੇਟਾ ਇੱਥੋਂ ਉਹਨਾਂ ਨੇ ਕਨਕਲੂਜ਼ਨ ਕੱਢਿਆ ਵੀ ਐਟਮ ਦਾ ਸਾਰਾ ਪੋਜ਼ੀਟਿਵ ਚਾਰਜ, ਐਟਮ ਦਾ ਸਾਰਾ ਪੋਜ਼ੀਟਿਵ ਚਾਰਜ ਇੱਕ ਛੋਟੀ ਜਿਹੀ ਜਗ੍ਹਾ 'ਚ ਕੰਸਨਟਰੇਟਡ ਹੈ, ਐਂਡ ਸਾਰਾ ਪੋਜ਼ੀਟਿਵ ਚਾਰਜ ਇੱਥੇ ਹੀ ਕੰਸਨਟਰੇਟਡ ਹੈ। ਆਲ ਪੋਜ਼ੀਟਿਵ ਚਾਰਜ ਇਜ਼ ਕੰਸਨਟਰੇਟਡ ਐਟ ਦ ਸੈਂਟਰ। ਕਿਉਂਕਿ ਉਹਦਾ ਕਾਰਨ ਹੈ ਬੇਟਾ, ਕਿਉਂਕਿ ਜਿਹੜੇ ਅਲਫਾ ਪਾਰਟੀਕਲਸ ਹੈ, ਦੇਖੋ ਮੈਂ ਤੁਹਾਨੂੰ ਇੱਧਰ ਸਮਝਾ ਦਿੰਦਾ ਬੇਟਾ, ਲਿਸਨ। ਅਲਫਾ ਪਾਰਟੀਕਲਸ, ਇੱਕ ਤਾਂ ਅਲਫਾ ਪਾਰਟੀਕਲਸ ਦਾ ਮਾਸ ਲਾਰਜ ਹੁੰਦਾ, ਉੱਪਰੋਂ ਦੇ ਆਰ ਮੂਵਿੰਗ ਵਿਦ ਹਾਈ ਸਪੀਡ, ਇਸ ਕਰਕੇ ਇਹਨਾਂ ਦਾ ਮੋਮੈਂਟਮ ਬਹੁਤ ਲਾਰਜ ਹੁੰਦਾ। ਇੱਕ ਤਾਂ ਬੇਟਾ ਅਲਫਾ ਪਾਰਟੀਕਲਸ ਦਾ ਮਾਸ ਜ਼ਿਆਦਾ, ਉੱਪਰੋਂ ਇਹਨਾਂ ਦੀ ਹਾਈ ਸਪੀਡ, ਇਹ ਹਾਈ ਸਪੀਡ ਨਾਲ ਆ ਰਹੇ ਹੁੰਦੇ ਨੇ, ਹਾਈ ਸਪੀਡ ਨਾਲ, ਹੈ ਨਾ। ਇਹਨਾਂ ਦਾ ਮੋਮੈਂਟਮ ਬਹੁਤ ਲਾਰਜ ਹੁੰਦਾ, ਇਹਨਾਂ ਨੂੰ ਕੋਈ ਛੋਟੀ ਮੋਟੀ ਚੀਜ਼ ਡਿਫਲੈਕਟ ਨਹੀਂ ਕਰ ਸਕਦੀ। ਅਲਫਾ ਪਾਰਟੀਕਲਸ ਨੂੰ ਕੋਈ ਸਿੰਗਲ ਚਾਰਜ ਡਿਫਲੈਕਟ ਨਹੀਂ ਕਰ ਸਕਦਾ, ਠੀਕ ਹੈ। ਦੈਟ ਮੀਨਸ ਐਟਮ ਦਾ ਐਂਟਾਇਰ ਪੋਜ਼ੀਟਿਵ ਚਾਰਜ ਇਕੱਠਾ ਹੋ ਕੇ ਇੱਕ ਜਗ੍ਹਾ 'ਤੇ ਪਿਆ ਹੈ ਨਾ। ਅਲਫਾ ਪਾਰਟੀਕਲ ਕੈਰੀਜ਼ ਪੋਜ਼ੀਟਿਵ ਚਾਰਜ, ਅਲਫਾ ਪਾਰਟੀਕਲਸ 'ਤੇ ਪੋਜ਼ੀਟਿਵ ਚਾਰਜ ਹੁੰਦਾ ਬੇਟਾ, ਹੈ ਨਾ। ਇਸ 'ਤੇ ਵੀ ਪੋਜ਼ੀਟਿਵ ਚਾਰਜ, ਇਹ ਪੋਜ਼ੀਟਿਵ ਚਾਰਜ ਨੇ ਅਲਫਾ ਪਾਰਟੀਕਲ ਜਿਵੇਂ ਨੇੜੇ ਆਇਆ ਤਾਂ ਅਲਫਾ ਪਾਰਟੀਕਲ ਦੇ ਉੱਪਰ ਫੋਰਸ ਆਫ ਰਿਪਲਸ਼ਨ ਲਗਾਤੀ, ਉਸ ਫੋਰਸ ਆਫ ਰਿਪਲਸ਼ਨ ਕਰਕੇ ਰਿਫਲੈਕਟ ਹੋ ਗਿਆ। ਪੋਜ਼ੀਟਿਵ ਚਾਰਜ ਨੇ ਪੋਜ਼ੀਟਿਵ ਚਾਰਜ ਪਾਰਟੀਕਲ ਨੂੰ ਰਿਫਲੈਕਟ ਕਰਤਾ, ਅਤੇ ਅਲਫਾ ਪਾਰਟੀਕਲ ਨੂੰ ਰਿਫਲੈਕਟ ਕੋਈ ਸਿੰਗਲ ਪਾਰਟੀਕਲ ਨਹੀਂ ਕਰ ਸਕਦਾ, ਕਿਉਂਕਿ
ਅਲਫਾ ਪਾਰਟੀਕਲ ਦਾ ਮਾਸ ਜ਼ਿਆਦਾ ਹੁੰਦਾ। ਸਮਝ ਰਹੇ ਹੋ ਨਾ ਬੇਟਾ, ਅਲਫਾ ਪਾਰਟੀਕਲ ਦਾ ਮਾਸ ਜ਼ਿਆਦਾ ਹੁੰਦਾ ਹੈ, ਅਲਫਾ ਪਾਰਟੀਕਲ ਦੀ ਸਪੀਡ ਬਹੁਤ ਹਾਈ ਹੁੰਦੀ ਹੈ। ਇਸ ਮੀਨਸ ਅਲਫਾ ਪਾਰਟੀਕਲ ਦਾ ਮੋਮੈਂਟਮ ਬਹੁਤ ਜ਼ਿਆਦਾ ਹੁੰਦਾ ਹੈ, ਉਹਨੂੰ ਕੋਈ ਛੋਟੀ ਮੋਟੀ ਚੀਜ਼ ਡਿਫਲੈਕਟ ਨਹੀਂ ਕਰ ਸਕਦੀ। ਅਗਰ ਉਹਨੂੰ ਕੋਈ ਚੀਜ਼ ਡਿਫਲੈਕਟ ਕਰ ਰਹੀ ਹੈ ਦੈਟ ਮੀਨਸ ਉਹ ਸਟਰੋਂਗ ਹੈ, ਵੱਡੀ ਚੀਜ਼ ਹੈ ਨਾ। ਜਿਵੇਂ ਆਪਾਂ ਇੱਕ ਟਰੱਕ ਦੀ ਐਗਜ਼ਾਮਪਲ ਲਈਏ ਹੈ ਨਾ, ਰੋਡ 'ਤੇ ਟਰੱਕ ਆ ਰਿਹਾ ਹੋਵੇ ਹੈ ਨਾ, ਅਤੇ ਬਹੁਤ ਹਾਈ ਸਪੀਡ ਨਾਲ ਆ ਰਿਹਾ ਹੋਵੇ। ਇੱਕ ਤਾਂ ਟਰੱਕ ਦਾ ਮਾਸ ਜ਼ਿਆਦਾ ਹੈ ਨਾ, ਇੱਕ ਉਹਦੀ ਸਪੀਡ ਵੀ ਜ਼ਿਆਦਾ, ਤਾਂ ਟਰੱਕ ਦਾ ਮੋਮੈਂਟਮ ਜ਼ਿਆਦਾ ਹੋਊਗਾ ਨਾ। ਤਾਂ ਉਹਦੇ ਟਰੱਕ ਦੇ ਅੱਗੇ ਕੋਈ ਸਾਈਕਲ ਸੁਈਕਲ ਖੜ੍ਹਾ ਕਰ ਦੋਗੇ ਤਾਂ ਸਾਈਕਲ ਟਰੱਕ ਨੂੰ ਮੋੜ ਨਹੀਂ ਸਕੇਗਾ। ਅਗਰ ਸਾਈਕਲ ਦੀ ਕੋਲੀਜ਼ਨ ਕਰਵਾਓਗੇ ਨਾ ਟਰੱਕ ਨਾਲ, ਟਰੱਕ ਦੀ ਕੋਲੀਜ਼ਨ ਕਰਵਾਓਗੇ ਸਾਈਕਲ ਨਾਲ, ਐਵੇਂ ਕਹਿ ਲਓ ਚਲੋ ਟਰੱਕ ਦੀ ਕੋਲੀਜ਼ਨ ਸਾਈਕਲ ਨਾਲ ਕਰਵਾਓਗੇ ਤਾਂ ਸਾਈਕਲ ਟਰੱਕ ਨੂੰ ਮੋੜ ਨਹੀਂ ਪਾਏਗਾ। ਵਾਈ? ਕਿਉਂਕਿ ਟਰੱਕ ਦਾ ਮੋਮੈਂਟਮ ਬਹੁਤ ਜ਼ਿਆਦਾ ਹੈ, ਟਰੱਕ ਦਾ ਮਾਸ ਜ਼ਿਆਦਾ, ਟਰੱਕ ਦੀ ਸਪੀਡ ਜ਼ਿਆਦਾ, ਉਹਦਾ ਮੋਮੈਂਟਮ ਬਹੁਤ ਜ਼ਿਆਦਾ ਹੈ। ਉਹਨੂੰ ਟਰੱਕ ਨੂੰ ਕੋਈ ਛੋਟੀ ਮੋਟੀ ਚੀਜ਼ ਡਿਫਲੈਕਟ ਨਹੀਂ ਕਰ ਸਕਦੀ। ਕੋਈ ਸਟਰੋਂਗ ਚੀਜ਼ ਚਾਹੀਦੀ ਜਿਹੜੀ ਟਰੱਕ ਨੂੰ ਮੋੜ ਸਕੇ। ਤਾਂ ਉਹੀ ਕੰਸੈਪਟ ਲਗਾਉਣਾ ਬੇਟਾ ਵੀ ਅਲਫਾ ਪਾਰਟੀਕਲਸ ਦਾ ਮਾਸ ਲਾਰਜ ਹੁੰਦਾ, ਉਹਦੀ ਸਪੀਡ ਜ਼ਿਆਦਾ ਹੁੰਦੀ ਹੈ, ਇਸ ਕਰਕੇ ਉਹਦਾ ਮੋਮੈਂਟਮ ਬਹੁਤ ਜ਼ਿਆਦਾ ਹੁੰਦਾ। ਇਸ ਕਰਕੇ ਹੈ ਨਾ ਅਲਫਾ ਪਾਰਟੀਕਲ ਨੂੰ ਕੋਈ ਛੋਟੀ ਮੋਟੀ ਚੀਜ਼ ਡਿਫਲੈਕਟ ਨਹੀਂ ਕਰ ਸਕਦੀ। ਕੋਈ ਇੱਕ ਸਿੰਗਲ ਚਾਰਜ ਪਾਰਟੀਕਲ, ਸਿੰਗਲ ਪੋਜ਼ਿਟਿਵ ਚਾਰਜ ਪਾਰਟੀਕਲ ਡਿਫਲੈਕਟ ਨਹੀਂ ਕਰ ਸਕਦਾ ਹੈ ਨਾ। ਉਹਨੂੰ ਡਿਫਲੈਕਟ ਕਰਨ ਵਾਸਤੇ ਕੀ ਚਾਹੀਦੀ ਹੈ? ਸਟਰੋਂਗ ਚੀਜ਼ ਚਾਹੀਦੀ ਹੈ। ਤਾਂ ਉੱਥੋਂ ਕੰਸੀਡਰ ਕੀਤਾ ਗਿਆ ਸੀਗਾ ਵੀ ਪੂਰੇ ਐਟਮ ਦਾ ਐਂਟਾਇਰ ਪੋਜ਼ਿਟਿਵ ਚਾਰਜ ਇਹ ਛੋਟੀ ਜਿਹੀ ਜਗ੍ਹਾ 'ਤੇ ਕੰਸਨਟਰੇਟਡ ਹੈ। ਸਾਰਾ ਚਾਰਜ, ਪੂਰਾ ਚਾਰਜ ਪਲੱਸ Z E। Z ਹੁੰਦਾ ਐਟੋਮਿਕ ਨੰਬਰ, ਕੈਮਿਸਟਰੀ 'ਚ ਪੜ੍ਹਿਆ ਹੋਏਗਾ ਬੇਟਾ। ਐਟੋਮਿਕ ਨੰਬਰ ਇਜ਼ ਰਿਪਰੈਜ਼ੈਂਟਡ ਬਾਈ Z। ਐਟੋਮਿਕ ਗੋਲਡ ਦਾ ਐਟੋਮਿਕ ਨੰਬਰ ਹੁੰਦਾ 79। ਦੈਟ ਮੀਨਸ ਗੋਲਡ ਦੇ ਵਿੱਚ ਪੋਜ਼ਿਟਿਵ ਚਾਰਜ ਕਿੰਨਾ ਪ੍ਰੈਜ਼ੈਂਟ ਹੋਇਆ? 79 E। ਸਾਰਾ ਪੋਜ਼ਿਟਿਵ ਚਾਰਜ ਇੱਥੇ ਕੰਸਨਟਰੇਟਡ ਹੈ, ਉਹ ਸਾਰਾ ਪੋਜ਼ਿਟਿਵ ਚਾਰਜ ਮਿਲ ਕੇ ਅਲਫਾ ਪਾਰਟੀਕਲ ਨੂੰ ਰਿਪੈਲ ਕਰਦਾ, ਜਿਸ ਕਰਕੇ ਅਲਫਾ ਪਾਰਟੀਕਲ ਸਮੋਲ ਐਂਗਲਸ 'ਤੇ ਮੁੜ ਜਾਂਦੇ ਨੇ। ਠੀਕ ਹੈ, ਤਾਂ ਪਹਿਲੀ ਕਨਕਲੂਜ਼ਨ ਤੋਂ ਤਾਂ ਇਹ ਪਹਿਲੇ ਓਬਜ਼ਰਵੇਸ਼ਨ ਤੋਂ ਇਹ ਕਨਕਲੂਜ਼ਨ ਕੱਢਿਆ ਸੀਗਾ ਵੀ ਐਟਮ ਸਫੈਰੀਕਲ ਸ਼ੇਪ ਦਾ ਹੈ ਅਤੇ ਉਹਦੀ ਬਹੁਤ ਸਾਰੀ ਸਪੇਸ ਖਾਲੀ ਹੈ, ਉਹਦੀ ਲਾਰਜ ਅਮਾਊਂਟ ਆਫ ਸਪੇਸ ਐਮਪਟੀ ਹੈ, ਖਾਲੀ ਹੈ ਬੇਟਾ। ਦੂਸਰਾ 24% ਅਲਫਾ ਪਾਰਟੀਕਲ ਸਕੈਟਰਸ ਐਟ ਸਮੋਲ ਐਂਗਲ। ਇਸ ਓਬਜ਼ਰਵੇਸ਼ਨ ਤੋਂ ਇਹ ਕਨਕਲੂਡ ਕੀਤਾ ਵੀ ਅਲਫਾ ਪਾਰਟੀਕਲਸ ਸਕੈਟਰ ਹੋ ਰਹੇ ਨੇ। ਅਲਫਾ ਪਾਰਟੀਕਲਸ ਨੂੰ ਸਕੈਟਰ ਕੋਈ ਸਿੰਗਲ ਪੋਜ਼ਿਟਿਵ ਚਾਰਜ ਨਹੀਂ ਕਰ ਸਕਦਾ। ਮਤਲਬ ਐਟਮ ਦਾ ਐਂਟਾਇਰ ਸਾਰਾ ਪੋਜ਼ਿਟਿਵ ਚਾਰਜ ਇੱਕ ਛੋਟੀ ਜਿਹੀ ਜਗ੍ਹਾ 'ਤੇ ਕੰਸਨਟਰੇਟਡ ਹੈ। ਕਲੀਅਰ ਬੇਟਾ। ਅਤੇ ਤੀਸਰੀ ਓਬਜ਼ਰਵੇਸ਼ਨ ਵੀ 4% ਆਫ ਅਲਫਾ ਪਾਰਟੀਕਲਸ ਇਹੋ ਜਿਹੇ ਵੀ ਸੀਗੇ ਜਿਹੜੇ ਲਾਰਜ ਐਂਗਲ 'ਤੇ ਮੁੜ ਰਹੇ ਸੀਗੇ। ਮਤਲਬ ਜਿਹੜੇ ਅਲਫਾ ਪਾਰਟੀਕਲਸ ਇਸ ਨਿਊਕਲੀਅਸ ਦੇ ਨੇੜੇ ਪਹੁੰਚੇ, 4% ਅਲਫਾ ਪਾਰਟੀਕਲਸ ਇਹੋ ਜਿਹੇ ਵੀ ਸੀਗੇ ਜਿਹੜੇ ਨਿਊਕਲੀਅਸ ਦੇ ਨੇੜੇ ਪਹੁੰਚੇ, ਸਟ੍ਰੇਟ ਜਾ ਨਹੀਂ ਸਕੇ ਹੈ ਨਾ, ਕਿਉਂਕਿ ਅਲਫਾ ਪਾਰਟੀਕਲ ਦੀ ਫੋਰਸ ਆਫ ਰਿਪਲਸ਼ਨ ਜ਼ਿਆਦਾ ਸੀ, ਤਾਂ ਲਾਰਜ ਐਂਗਲ 'ਤੇ ਮੁੜ ਗਏ ਉਹ, ਲਾਰਜ ਐਂਗਲ 'ਤੇ ਐਵੇਂ ਦੇ ਸਕੈਟਰਸ ਐਟ ਲਾਰਜ ਐਂਗਲ, ਇੱਧਰ ਨੂੰ ਮੁੜ ਗਏ ਬੇਟਾ, ਸਕੈਟਰਸ ਐਟ ਲਾਰਜ ਐਂਗਲ। ਕਿਉਂ? ਕਿਉਂਕਿ ਉਹ ਅਲਫਾ ਪਾਰਟੀਕਲ ਨਿਊਕਲੀਅਸ ਦੇ ਨੇੜੇ ਪਹੁੰਚੇ ਹੈ ਨਾ, ਨੇੜੇ ਪਹੁੰਚਣ ਕਾਰਨ ਫੋਰਸ ਆਫ ਰਿਪਲਸ਼ਨ ਜ਼ਿਆਦਾ ਲੱਗੀ, ਫੋਰਸ ਆਫ ਰਿਪਲਸ਼ਨ ਜ਼ਿਆਦਾ ਲੱਗਣ ਨਾਲ ਉਹ ਜ਼ਿਆਦਾ ਐਂਗਲ 'ਤੇ ਮੁੜ ਗਏ ਬੇਟਾ। ਇਹ 4% ਪਾਰਟੀਕਲ ਸੀਗੇ ਆਹ ਵਾਲੇ। ਇਹਦਾ ਮਤਲਬ ਇੱਥੋਂ ਕਨਕਲੂਜ਼ਨ ਇਹ ਹੋਇਆ ਵੀ ਜਿਹੜਾ ਇਹ ਜਿੱਥੇ ਸਾਰਾ ਚਾਰਜ ਕੰਸਨਟਰੇਟਡ ਹੈ, ਜਿਹਨੂੰ ਤੁਸੀਂ ਕੀ ਬੋਲ ਰਹੇ ਹੋ? ਨਿਊਕਲੀਅਸ। ਇਸ ਜਿੱਥੇ ਸਾਰਾ ਪੋਜ਼ਿਟਿਵ ਚਾਰਜ ਕੰਸਨਟਰੇਟਡ ਹੈ ਦੈਟ ਇਜ਼ ਨੋਨ ਐਜ਼ ਨਿਊਕਲੀਅਸ। ਇਹ ਨਿਊਕਲੀਅਸ ਬਹੁਤ ਜ਼ਿਆਦਾ ਸਮੋਲ ਹੈ, ਬਹੁਤ ਜ਼ਿਆਦਾ ਸਮੋਲ ਹੈ, ਕਿਉਂਕਿ ਅਗਰ ਇਹਦਾ ਸਾਈਜ਼ ਲਾਰਜ ਹੁੰਦਾ ਫਿਰ ਆ ਲਾਰਜ ਐਂਗਲ 'ਤੇ ਮੁੜਨ ਵਾਲੇ ਅਲਫਾ ਪਾਰਟੀਕਲਸ ਦੀ ਗਿਣਤੀ ਜ਼ਿਆਦਾ ਹੁੰਦੀ, ਕਿਉਂਕਿ ਲਾਰਜ ਐਂਗਲ 'ਤੇ ਮੁੜਨ ਵਾਲੇ ਅਲਫਾ ਪਾਰਟੀਕਲਸ ਦੀ ਗਿਣਤੀ ਘੱਟ ਹੈ। 4% ਕੀ ਹੈ? ਦੈਟ ਮੀਨਸ ਇਹਦਾ ਸਾਈਜ਼ ਬਹੁਤ ਸਮੋਲ ਹੈ ਨਾ, ਬਹੁਤ ਘੱਟ ਪਾਰਟੀਕਲਸ ਨੂੰ ਹੀ ਇਹ ਲਾਰਜ ਐਂਗਲ 'ਤੇ ਮੋੜ ਰਿਹਾ ਹੈ ਨਾ। ਮੈਂ ਦੁਬਾਰਾ ਤੋਂ ਰਿਪੀਟ ਕਰ ਦਿੰਦਾ ਵੀ ਜਿਹੜਾ ਜਿੱਥੇ ਐਟਮ ਦਾ ਸਾਰਾ ਪੋਜ਼ਿਟਿਵ ਚਾਰਜ ਕੰਸਨਟਰੇਟਡ ਹੈ, ਜਿਸ ਜਗ੍ਹਾ 'ਤੇ ਤੁਸੀਂ ਕਹਿ ਰਹੇ ਹੋ ਵੀ ਐਟਮ ਦਾ ਸਾਰਾ ਪੋਜ਼ਿਟਿਵ ਚਾਰਜ ਕੰਸਨਟਰੇਟਡ ਹੈ, ਜਿਸ ਨੂੰ ਅਸੀਂ ਕੀ ਬੋਲਦੇ ਹਾਂ? ਨਿਊਕਲੀਅਸ। ਇਹਦਾ ਸਾਈਜ਼ ਬਹੁਤ ਸਮੋਲ ਹੈ, ਇਸ ਦਾ ਸਾਈਜ਼ ਬਹੁਤ ਸਮੋਲ ਹੈ, ਜਿਸ ਕਰਕੇ ਇਹ ਲਾਰਜ ਐਂਗਲ 'ਤੇ ਜਿਹੜੇ ਅਲਫਾ ਪਾਰਟੀਕਲ ਸਕੈਟਰਸ ਹੋ ਰਹੇ ਨੇ ਉਹਨਾਂ ਦੀ ਗਿਣਤੀ ਕਾਫੀ ਘੱਟ ਹੈ। ਜੇ ਇਹਦਾ ਸਾਈਜ਼ ਵੱਡਾ ਹੁੰਦਾ, ਸਪੋਜ਼ ਨਿਊਕਲੀਅਸ ਦਾ ਸਾਈਜ਼ ਵੱਡਾ ਹੁੰਦਾ, ਮਤਲਬ ਇੰਨਾ ਵੱਡਾ ਹੁੰਦਾ ਨਿਊਕਲੀਅਸ ਦਾ ਸਾਈਜ਼,
ਫਿਰ ਬੇਟਾ ਜਿਹੜੇ ਲਾਰਜ ਐਂਗਲ 'ਤੇ ਮੁੜਨ ਵਾਲੇ ਅਲਫਾ ਪਾਰਟੀਕਲਸ ਇਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ। ਲਾਰਜ ਐਂਗਲ 'ਤੇ ਮੁੜਨ ਵਾਲੇ ਅਲਫਾ ਪਾਰਟੀਕਲਸ ਦੀ ਗਿਣਤੀ ਘੱਟ ਹੈ, ਦੈਟ ਮੀਨਸ ਨਿਊਕਲੀਅਸ ਦਾ ਸਾਈਜ਼ ਬਹੁਤ ਸਮੋਲ ਹੈ। ਠੀਕ ਹੈ। ਐਂਡ ਲਾਸਟ ਆਬਜ਼ਰਵੇਸ਼ਨ ਵੀ ਕੋਈ ਅਲਫਾ ਪਾਰਟੀਕਲ ਤਾਂ ਇਹੋ ਜਿਹਾ ਵੀ ਸੀਗਾ ਜਿਹੜਾ 180 ਡਿਗਰੀ 'ਤੇ ਮੁੜ ਜਾਂਦਾ ਸੀ, ਜਿਵੇਂ ਆਇਆ ਹੈ ਨਾ ਉਵੇਂ ਹੀ ਰਿਫਲੈਕਟ ਹੋ ਗਿਆ, ਐਵੇਂ ਜਿਸ ਡਾਇਰੈਕਸ਼ਨ 'ਚ ਆਇਆ ਉਸ ਡਾਇਰੈਕਸ਼ਨ 'ਚ ਹੀ ਵਾਪਸ ਮੁੜ ਗਿਆ। ਇਹ ਸਿਰਫ 1% ਅਲਫਾ ਪਾਰਟੀਕਲ ਸੀਗੇ, ਹੈ ਨਾ। ਤਾਂ ਇੱਥੋਂ ਕਨਕਲੂਜ਼ਨ ਇਹ ਨਿਕਲਦਾ ਵੀ ਜਿਹੜਾ ਨਿਊਕਲੀਅਸ ਹੈ ਇਹ ਬਹੁਤ ਜ਼ਿਆਦਾ ਹਾਰਡ ਹੈ, ਬਹੁਤ ਜ਼ਿਆਦਾ ਹਾਰਡ ਹੈ, ਬਹੁਤ ਜ਼ਿਆਦਾ ਡੈਂਸ ਹੈ। ਈਵਨ ਕਿ ਐਟਮ ਦਾ ਸਾਰਾ ਮਾਸ ਇਸ ਨਿਊਕਲੀਅਸ 'ਚ ਕੰਸਨਟ੍ਰੇਟਡ ਹੈ। ਠੀਕ ਹੈ। ਇਹ ਨਿਊਕਲੀਅਸ ਇੰਨਾ ਜ਼ਿਆਦਾ ਹਾਰਡ ਹੈ, ਇੰਨਾ ਜ਼ਿਆਦਾ ਡੈਂਸ ਹੈ ਵੀ ਫਾਸਟੈਸਟ ਤੋਂ ਫਾਸਟੈਸਟ ਮੂਵਿੰਗ ਅਲਫਾ ਪਾਰਟੀਕਲ ਵੀ ਇਹਨੂੰ ਪੈਨੀਟ੍ਰੇਟ ਕਰਕੇ ਅੱਗੇ ਨਹੀਂ ਨਿਕਲ ਪਾਇਆ, ਉਸ ਨੂੰ ਵੀ ਇਸ ਨਿਊਕਲੀਅਸ ਨੇ ਰਿਪੈਲ ਕਰਤਾ। ਉਹ ਜਿਹੜਾ ਇੰਨੀ ਲਾਰਜ ਮੋਮੈਂਟਮ ਵਾਲਾ ਅਲਫਾ ਪਾਰਟੀਕਲ ਸੀਗਾ, ਆ ਦੇਖੋ ਲਾਰਜ ਮੋਮੈਂਟਮ ਵਾਲਾ ਅਲਫਾ ਪਾਰਟੀਕਲ ਵੀ ਇਹਨੂੰ ਛੇਦ ਕੇ ਇਹਨੂੰ ਪੈਨੀਟ੍ਰੇਟ ਕਰਕੇ ਅੱਗੇ ਨਹੀਂ ਨਿਕਲ ਸਕਿਆ, ਵਾਪਿਸ ਰਿਪੈਲ ਹੋ ਗਿਆ, ਵਾਪਿਸ ਰਿਪੈਲ, ਹੈ ਨਾ। ਦੈਟ ਮੀਨਸ ਇਹ ਨਿਊਕਲੀਅਸ ਬਹੁਤ ਜ਼ਿਆਦਾ ਹਾਰਡ ਹੈ, ਜਿਹੜਾ ਕਿ ਅਲਫਾ ਪਾਰਟੀਕਲ ਨੂੰ ਆਪਣੇ ਵਿੱਚੋਂ ਲੰਘਣ ਨਹੀਂ ਦਿੰਦਾ, ਉਹਨੂੰ ਵੀ ਵਾਪਿਸ ਮੋੜ ਦਿੰਦਾ। ਜਿਹੜਾ ਅਲਫਾ ਪਾਰਟੀਕਲ ਬਿਲਕੁਲ ਸਟ੍ਰੇਟ ਆ ਰਿਹਾ ਸੀ ਟੂਅਰਡ ਨਿਊਕਲੀਅਸ, ਉਹਨੂੰ ਵੀ ਰਿਪੈਲ ਕਰਤਾ, ਉਹਨੂੰ ਵੀ ਮੋੜਤਾ। ਦੈਟ ਮੀਨਸ ਇਹ ਨਿਊਕਲੀਅਸ ਬਹੁਤ ਜ਼ਿਆਦਾ ਹਾਰਡ ਹੈ ਨਾ। ਇਹ ਉਹਦੇ ਐਕਸਪੈਰੀਮੈਂਟ ਦੇ ਓਬਜ਼ਰਵੇਸ਼ਨ ਸੀਗੇ, ਓਬਜ਼ਰਵੇਸ਼ਨਸ ਤੋਂ ਇਹ ਕਨਕਲੂਜ਼ਨਸ ਕੱਢੇ ਸੀਗੇ। ਤਾਂ ਕਨਕਲੂਜ਼ਨ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੁਬਾਰਾ ਤੋਂ ਰਿਪੀਟ ਕਰ ਦਿੰਦਾ, ਸੁਣੋ ਧਿਆਨ ਨਾਲ ਸੁਣਿਓ ਕੀ ਕਨਕਲੂਜ਼ਨਸ ਕੱਢੇ। ਹਾਂਜੀ ਬੇਟਾ ਧਿਆਨ ਨਾਲ ਸਮਝਿਓ। ਤਾਂ ਫਸਟ ਕਨਕਲੂਜ਼ਨ ਤਾਂ ਇਹ ਕੱਢਿਆ ਸੀਗਾ ਵੀ ਐਟਮ ਇਜ਼ ਸਫੈਰੀਕਲ ਇਨ ਸ਼ੇਪ, ਜਿਸ ਦੀ ਬਹੁਤ ਸਾਰੀ ਸਪੇਸ ਐਮਪਟੀ ਹੈ। ਮੈਂ ਦੁਬਾਰਾ ਤੋਂ ਵੀ ਬਣਾ ਦਿੰਦਾ ਬੇਟਾ, ਬਹੁਤ ਸਾਰੀ ਸਪੇਸ ਐਮਪਟੀ ਹੈ, ਜਿਸ ਕਾਰਨ ਲਾਰਜ ਨੰਬਰ ਆਫ ਅਲਫਾ ਪਾਰਟੀਕਲਸ ਐਜ਼ ਸੱਚ ਪਾਸ ਆਊਟ ਹੋ ਜਾਂਦੇ ਨੇ। ਤਾਂ ਬਹੁਤ ਸਾਰੀ ਸਪੇਸ ਐਮਪਟੀ ਹੈ, ਜਿਸ ਦੇ ਵਿੱਚੋਂ ਬਹੁਤ ਸਾਰੇ ਅਲਫਾ ਪਾਰਟੀਕਲਸ ਐਜ਼ ਸੱਚ ਪਾਸ ਆਊਟ ਹੋ ਜਾਂਦੇ ਨੇ, ਬਿਨਾਂ ਡਿਫਲੈਕਟ ਹੋਏ, ਬਿਨਾਂ ਮੁੜੇ। ਤਾਂ ਬਹੁਤ ਸਾਰੀ ਸਪੇਸ ਖਾਲੀ ਹੈ। ਠੀਕ ਹੈ। ਐਟਮ ਦਾ, ਹਾਂ ਇਹ ਤਾਂ ਫਸਟ ਪੁਆਇੰਟ ਸੀਗਾ, ਐਟਮ ਇਜ਼ ਸਫੈਰੀਕਲ ਇਨ ਸ਼ੇਪ। ਫਸਟ ਚਲੋ ਮੈਂ ਲਿਖ ਵੀ ਦਿੰਦਾ, ਐਟਮ ਇਜ਼ ਸਫੈਰੀਕਲ in shape whose large space is empty, vacant, खाली है। ठीक है। सेकेंड पॉइंट, ਐਟਮ ਦਾ ਸਾਰਾ ਮਾਸ ਤੇ ਸਾਰਾ ਪੋਜ਼ਿਟਿਵ ਚਾਰਜ, ਐਟਮ ਦਾ ਸਾਰਾ ਮਾਸ ਤੇ ਸਾਰਾ ਪੋਜ਼ਿਟਿਵ ਚਾਰਜ ਐਟਮ ਦੇ ਸੈਂਟਰ 'ਚ ਬਹੁਤ ਥੋੜ੍ਹੀ ਜਿਹੀ ਜਗ੍ਹਾ 'ਤੇ ਕੰਸਨਟ੍ਰੇਟਡ ਹੈ। ਇੱਥੇ ਹੀ ਉਹਦਾ ਸਾਰਾ ਮਾਸ ਹੈ, ਉਰੇ ਹੀ ਉਹਦਾ ਸਾਰਾ ਪੋਜ਼ਿਟਿਵ ਚਾਰਜ ਹੈ ਨਾ। ਸਮੋਲ ਸਪੇਸ 'ਤੇ ਕੰਸਨਟ੍ਰੇਟਡ ਹੈ ਐਂਡ ਦੈਟ ਸਮੋਲ ਸਪੇਸ ਇਜ਼ ਨੋਨ ਐਜ਼ ਨਿਊਕਲੀਅਸ। ਠੀਕ ਹੈ। ਇਹਨੂੰ ਵੀ ਲਿਖ ਲੈਂਦੇ ਹਾਂ, ਦ ਹੋਲ ਮਾਸ ਐਂਡ ਹੋਲ positive charge of atom is concentrated at its center in a very small space, बहुत छोटी स्पेस है, known as ਨਿਊਕਲੀਅਸ, ਜਿਸ ਨੂੰ ਅਸੀਂ ਕੀ ਬੋਲਦੇ ਹਾਂ ਨਿਊਕਲੀਅਸ। ਇੱਥੇ ਹੀ ਉਹ ਸਾਰਾ ਮਾਸ, ਐਟਮ ਦਾ ਸਾਰਾ ਮਾਸ ਤੇ ਸਾਰਾ ਪੋਜ਼ਿਟਿਵ ਚਾਰਜ ਕੰਸਨਟ੍ਰੇਟਡ ਹੈ, ਇਸ 'ਚ ਨੈਗੇਟਿਵ ਚਾਰਜ ਬਿਲਕੁਲ ਨਹੀਂ ਹੈ। ਥਰਡ, ਠੀਕ ਹੈ, ਇਲੈਕਟ੍ਰੋਨਸ ਜਿਹੜੇ ਹੈਗੇ ਨੇ, ਇਲੈਕਟ੍ਰੋਨਸ ਨੈਗੇਟਿਵਲੀ ਚਾਰਜ ਇਲੈਕਟ੍ਰੋਨਸ, ਉਹ ਇਹ ਨਿਊਕਲੀਅਸ ਦੇ ਅਰਾਊਂਡ ਡਿਫਰੈਂਟ ਔਰਬਿਟ 'ਚ ਰਿਵੋਲਵ ਕਰਦੇ ਨੇ। ਰਦਰਫੋਰਡ ਨੇ ਕਿਹਾ ਸੀਗਾ ਇਲੈਕਟ੍ਰੋਨਸ ਜਿਹੜੇ ਹੈਗੇ ਨੇ ਉਹ ਡਿਫਰੈਂਟ ਔਰਬਿਟ ਦੇ ਵਿੱਚ ਰਿਵੋਲਵ ਕਰਦੇ ਨੇ, ਲਾਈਕ ਦਿਸ। ਠੀਕ ਹੈ। ਨੈਗੇਟਿਵਲੀ ਚਾਰਜਡ ਇਲੈਕਟ੍ਰੋਨਸ revolve
around nucleus in circular orbits just like planets revolve around sun। ਜਿਵੇਂ ਸਨ ਸੈਂਟਰ 'ਚ ਹੁੰਦਾ ਉਹਦੇ ਅਰਾਊਂਡ ਪਲੈਨਟਸ ਰਿਵੋਲਵ ਕਰਦੇ ਨੇ ਡਿਫਰੈਂਟ ਔਰਬਿਟ 'ਚ। ਉਹ ਮੀਨ ਇਲੈਕਟ੍ਰੋਨਸ ਤੇ ਨਿਊਕਲੀਅਸ ਦਾ ਕੰਸੈਪਟ ਹੈ, ਨਿਊਕਲੀਅਸ ਸੈਂਟਰ 'ਚ ਹੋਏਗਾ ਹੈ ਨਾ, ਅਤੇ ਇਲੈਕਟ੍ਰੋਨਸ ਉਹਦੇ ਆਲੇ ਦੁਆਲੇ ਰਿਵੋਲਵ ਕਰਨਗੇ। ਜਿੰਨਾ ਪੋਜ਼ੀਟਿਵ ਚਾਰਜ ਹੋਏਗਾ ਓਨਾ ਹੀ ਐਟਮ 'ਚ ਨੈਗੇਟਿਵ ਚਾਰਜ ਹੋਏਗਾ। ਐਟਮ ਇਜ਼ ਨਿਊਟਰਲ, ਐਟਮ ਨਿਊਟਰਲ ਹੋਏਗਾ। ਠੀਕ ਹੈ। ਫੋਰਥ ਓਬਜ਼ਰਵੇਸ਼ਨ ਇਹ ਸੀ ਵੀ ਇਲੈਕਟ੍ਰੋਨਸ ਜਦੋਂ ਸਰਕੂਲਰ ਪਾਥ 'ਚ ਮੂਵ ਕਰਨਗੇ ਤਾਂ ਇਹਨਾਂ ਨੂੰ ਕੀ ਚਾਹੀਦੀ ਹੈ, ਸੈਂਟਰੀਪੀਟਲ ਫੋਰਸ। ਉਹ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਕਰੇਗੀ ਇਲੈਕਟ੍ਰੋਸਟੈਟਿਕ ਫੋਰਸ, ਇਲੈਕਟ੍ਰੋਸਟੈਟਿਕ ਫੋਰਸ ਬਿਟਵੀਨ ਨਿਊਕਲੀਅਸ ਐਂਡ ਇਲੈਕਟ੍ਰੋਨਸ। ਠੀਕ ਹੈ ਵੀ ਨਿਊਕਲੀਅਸ ਕੈਰੀਜ਼ ਪੋਜ਼ੀਟਿਵ ਚਾਰਜ, ਇਲੈਕਟ੍ਰੋਨ ਕੈਰੀਜ਼ ਨੈਗੇਟਿਵ ਚਾਰਜ। ਇਹਨਾਂ ਦੋਨਾਂ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਹੋਏਗੀ ਹੈ ਨਾ। ਇਲੈਕਟ੍ਰੋਨ ਕੈਰੀਜ਼ ਨੈਗੇਟਿਵ ਚਾਰਜ, ਨਿਊਕਲੀਅਸ ਕੈਰੀਜ਼ ਪੋਜ਼ੀਟਿਵ ਚਾਰਜ। ਇਹਨਾਂ ਦੋਨਾਂ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਹੋਏਗੀ। ਉਹੀ ਫੋਰਸ ਇਹਨਾਂ ਇਲੈਕਟ੍ਰੋਨਸ ਨੂੰ ਕੀ ਪ੍ਰੋਵਾਈਡ ਕਰੇਗੀ, ਸੈਂਟਰੀਪੀਟਲ ਫੋਰਸ। ਸਮਝ ਗਏ ਨਾ ਬੇਟਾ। ਨਿਊਕਲੀਅਸ ਕੈਰੀਜ਼ ਪੋਜ਼ੀਟਿਵ ਚਾਰਜ, ਇਲੈਕਟ੍ਰੋਨ ਕੈਰੀਜ਼ ਨੈਗੇਟਿਵ ਚਾਰਜ, ਦੋਨਾਂ 'ਚ ਆਪਸ 'ਚ ਫੋਰਸ ਆਫ ਅਟਰੈਕਸ਼ਨ ਹੋਏਗੀ। ਉਹ ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਹੈ ਉਹੀ ਇਲੈਕਟ੍ਰੋਨਸ ਨੂੰ ਕੀ ਪ੍ਰੋਵਾਈਡ ਕਰੇਗੀ, ਸੈਂਟਰੀਪੀਟਲ ਫੋਰਸ ਹੈ ਨਾ। ਅਤੇ ਫਿਫਥ ਵੀ ਜਿਹੜਾ ਐਟਮ ਦਾ ਸਾਈਜ਼ ਹੈ, ਅਗਰ ਐਟਮ ਦਾ ਸਾਈਜ਼ ਆਫ ਐਟਮ ਇਜ਼ ਇਨ ਐਂਗਸਟਰੋਮ, ਅਗਰ ਐਂਗਸਟਰੋਮ 'ਚ ਹੈ ਤਾਂ ਸਾਈਜ਼ ਆਫ ਨਿਊਕਲੀਅਸ ਇਜ਼ ਇਨ ਫਰਮੀਜ਼। ਐਂਗਸਟਰੋਮ ਹੁੰਦਾ 10⁻⁻10, ਫਰਮੀ ਹੁੰਦਾ 10⁻⁻15। ਮਤਲਬ ਕਿ ਨਿਊਕਲੀਅਸ ਦਾ ਸਾਈਜ਼ ਐਟਮ ਦੇ ਸਾਈਜ਼ ਨਾਲੋਂ ਹੈ ਨਾ 1 ਲੱਖ ਟਾਈਮਸ ਛੋਟਾ ਹੈ। ਅਗਰ ਐਟਮ ਦਾ ਸਾਈਜ਼ ਐਂਗਸਟਰੋਮ 'ਚ ਹੈ ਤਾਂ ਨਿਊਕਲੀਅਸ, ਅਗਰ ਐਟਮ ਦਾ ਸਾਈਜ਼ ਐਂਗਸਟਰੋਮ 'ਚ ਹੈ ਤਾਂ ਜਿਹੜਾ ਨਿਊਕਲੀਅਸ ਹੈ ਉਹਦਾ ਸਾਈਜ਼ ਫਰਮੀਜ਼ 'ਚ ਹੋਏਗਾ 10⁻⁻15 'ਚ। ਮਤਲਬ ਨਿਊਕਲੀਅਸ ਐਟਮ ਨਾਲੋਂ ਬਹੁਤ ਜ਼ਿਆਦਾ ਛੋਟਾ ਹੋਏਗਾ, ਬਹੁਤ ਜ਼ਿਆਦਾ ਛੋਟਾ। ਇਹੋ ਜਿਹਾ ਕੁਛ ਹੀ ਤਾਂ ਤੁਸੀਂ ਕੈਮਿਸਟਰੀ 'ਚ ਪੜ੍ਹਿਆ ਬੇਟਾ, ਕੀ ਇਹੀ ਚੀਜ਼ਾਂ ਨਹੀਂ ਪੜ੍ਹੀਆਂ ਹੈਗੀਆਂ ਵੀ ਐਟਮ ਸਫੈਰੀਕਲ ਸ਼ੇਪ ਦਾ ਹੁੰਦਾ ਹੈ ਜਿਹਦੀ ਬਹੁਤ ਸਾਰੀ ਜਗ੍ਹਾ ਖਾਲੀ ਹੁੰਦੀ ਹੈ। ਐਟਮ ਦਾ ਸਾਰਾ ਮਾਸ ਅਤੇ ਸਾਰਾ ਪੋਜ਼ੀਟਿਵ ਚਾਰਜ ਐਟਮ ਦੇ ਸੈਂਟਰ 'ਤੇ ਕੰਸਨਟਰੇਟਡ ਹੁੰਦਾ, ਜਿਸ ਨੂੰ ਅਸੀਂ ਕੀ ਬੋਲਦੇ ਹਾਂ, ਨਿਊਕਲੀਅਸ ਹੈ ਨਾ। ਇਲੈਕਟ੍ਰੋਨਸ ਨਿਊਕਲੀਅਸ ਤੋਂ ਬਾਅਦ ਡਿਫਰੈਂਟ ਔਰਬਿਟ 'ਚ ਕੀ ਕਰਦੇ ਨੇ, ਰਿਵੋਲਵ ਹੈ ਨਾ। ਪੜ੍ਹਿਆ ਨਾ, ਇਹੀ ਪੜ੍ਹਿਆ। ਜਿਵੇਂ ਪਲੈਨਟਸ ਸਨ ਦੇ ਅਰਾਊਂਡ ਰਿਵੋਲਵ ਕਰਦੇ ਨੇ ਅਤੇ ਇਲੈਕਟ੍ਰੋਨਸ ਨੂੰ ਸਰਕੂਲਰ ਪਾਥ 'ਚ ਮੂਵ ਕਰਨ ਵਾਸਤੇ ਜੋ ਸੈਂਟਰੀਪੀਟਲ ਫੋਰਸ ਚਾਹੀਦੀ ਹੈ ਉਹ ਫੋਰਸ ਕੌਣ ਪ੍ਰੋਵਾਈਡ ਕਰਦਾ, ਇਲੈਕਟ੍ਰੋਸਟੈਟਿਕ ਫੋਰਸ ਬਿਟਵੀਨ ਨਿਊਕਲੀਅਸ ਐਂਡ ਇਲੈਕਟ੍ਰੋਨ। ਇਲੈਕਟ੍ਰੋਨਸ ਅਤੇ ਨਿਊਕਲੀਅਸ ਜੋ ਇਲੈਕਟ੍ਰੋਸਟੈਟਿਕ ਫੋਰਸ ਹੁੰਦੀ ਹੈ ਉਹੀ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਕਰਦੀ ਹੈ। ਐਂਡ ਨਿਊਕਲੀਅਸ ਐਟਮ ਦੇ ਸਾਈਜ਼ ਨਾਲੋਂ ਬਹੁਤ ਛੋਟਾ ਹੈ, 1 ਲੱਖ ਟਾਈਮਸ ਛੋਟਾ ਬੇਟਾ। ਕਲੀਅਰ। ਸੋ ਦਿਸ ਇਜ਼ ਰਦਰਫੋਰਡਸ ਐਟੋਮਿਕ ਮਾਡਲ, ਜਿਸ ਦੇ ਵਿੱਚ ਨਿਊਕਲੀਅਸ ਦੀ ਡਿਸਕਵਰੀ ਹੋਈ। ਕਲੀਅਰ ਬੇਟਾ, ਸਮਝ ਆ ਗਿਆ। ਇਸ ਦੇ ਵਿੱਚ ਨਿਊਕਲੀਅਸ ਦੀ ਡਿਸਕਵਰੀ ਹੋਈ ਬੇਟਾ। ਓਕੇ, ਨਾਓ ਵੀ ਫਰਦਰ ਮੂਵ। ਇਹ ਤਾਂ ਤੁਹਾਨੂੰ ਰਦਰਫੋਰਡ ਦੇ ਐਟੋਮਿਕ ਮਾਡਲ ਬਾਰੇ ਦੱਸਤਾ ਬੇਟਾ ਮੈਨੇ। ਰਦਰਫੋਰਡ ਦਾ ਐਕਸਪੈਰੀਮੈਂਟ ਹੋ ਗਿਆ ਹੈ ਨਾ, ਉਹਦੀਆਂ ਓਬਜ਼ਰਵੇਸ਼ਨਸ, ਉਹਦੇ ਕਨਕਲੂਜ਼ਨਸ ਤੋਂ ਬਾਅਦ ਉਹਦਾ ਐਟੋਮਿਕ ਮਾਡਲ, ਰਦਰਫੋਰਡਸ ਐਟੋਮਿਕ ਮਾਡਲ। ਠੀਕ ਹੈ। ਨਾਓ ਵੀ ਫਰਦਰ ਮੂਵ ਟੂ distance of closest approach. Distance of closest approach. ਠੀਕ ਹੈ। distance of closest approach ਕੀ ਹੁੰਦਾ ਹੈ, ਦੇਖੋ ਸਮਝੋ। ਜਿਵੇਂ ਸਪੋਜ਼ ਦਿਸ ਇਜ਼ ਐਟਮ ਐਂਡ ਉਹਦੇ ਸੈਂਟਰ 'ਚ ਹੋ ਗਿਆ ਬੇਟਾ ਨਿਊਕਲੀਅਸ, ਕੈਰੀਜ਼ ਆਲ ਪੋਜ਼ੀਟਿਵ ਚਾਰਜ। ਕਿੰਨਾ ਚਾਰਜ ਹੁੰਦਾ, ਪਲੱਸ Z ਇਜ਼ ਐਟੋਮਿਕ ਨੰਬਰ, Z ਇਜ਼ ਐਟੋਮਿਕ ਨੰਬਰ। ਠੀਕ ਹੈ। ਇਹ ਹੋ ਗਿਆ ਐਕਸਿਸ, ਇਹਨੂੰ ਨਿਊਕਲੀਅਸ ਦਾ ਐਕਸਿਸ ਬੋਲਾਂਗੇ। ਮੰਨ ਲਓ ਕੋਈ ਚਾਰਜ ਪਾਰਟੀਕਲ, ਮੰਨ ਲਓ ਅਲਫਾ ਪਾਰਟੀਕਲ ਹੀ ਹੈ, having mass m ਚਾਰਜ Q। ਅਲਫਾ ਪਾਰਟੀਕਲ ਤੇ ਚਾਰਜ ਪ੍ਰੋਟੋਨ ਨਾਲੋਂ ਡਬਲ ਹੁੰਦਾ, ਪ੍ਰੋਟੋਨ ਤੇ ਚਾਰਜ E ਹੁੰਦਾ ਤਾਂ ਅਲਫਾ ਪਾਰਟੀਕਲ ਤੇ ਚਾਰਜ 2E ਹੈ ਨਾ। ਇਹ ਅਲਫਾ ਪਾਰਟੀਕਲ ਆਪਾਂ ਨੇ ਡਾਇਰੈਕਟਲੀ ਨਿਊਕਲੀਅਸ ਦੇ ਵੱਲ ਫਾਇਰ ਕਰਤਾ
with velocity v. Alpha particle carries positive charge बेटा, न्यूक्लियस आल्सो कैरीज पॉजिटिव चार्ज। जिमें जिमें अल्फा पार्टिकल न्यूक्लियस वाल जाएगा, न्यूक्लियस इस ते फोर्स ऑफ रिपल्शन लगानी शुरू कर देगा। एज पार्टिकल मूव्स टूवर्ड्स न्यूक्लियस, है ना, न्यूक्लियस दी अल्फा पार्टिकल ते फोर्स ऑफ रिपल्शन इंक्रीज हो जाएगी। जो फोर्स ऑफ रिपल्शन इंक्रीज होगी तो स्पीड डिक्रीज हो जाएगी, स्पीड गोज ऑन डिक्रीजिंग, है ना। पार्टिकल अगे अगे जाई जाएगा, फोर्स ऑफ रिपल्शन बढ़ी जाएगी, स्पीड घटी जाएगी, है ना। पार्टिकल अगे अगे जाई जाएगा, स्पीड घटी जाएगी ड्यू टू द फोर्स ऑफ रिपल्शन, है ना। एक डिस्टेंस ते जाके पार्टिकल की स्पीड जीरो हो जाएगी। उस तो बाद वो पार्टिकल वापस मुड़ जाएगा, वापस ड्यू टू द फोर्स ऑफ रिपल्शन वो वापस मुड़ जाएगा। तो बेटा इत्थे आके उसकी स्पीड जीरो होगी। इस पॉइंट में कोई नेम दे लो, मान लो दैट इज़ पॉइंट पी पॉइंट पर आके उसकी स्पीड जीरो होगी। तो ये जो डिस्टेंस है, डिस्टेंस जिथे पार्टिकल की स्पीड जीरो होगी तो न्यूक्लियस के जो डिस्टेंस बच गया, दैट डिस्टेंस इज़ नोन एज डिस्टेंस ऑफ क्लोजेस्ट अप्रोच। आर नोड इज़ नोन एज डिस्टेंस ऑफ क्लोजेस्ट अप्रोच। इनू बोलते हैं बेटा डिस्टेंस ऑफ क्लोजेस्ट अप्रोच, है ना। भी पार्टिकल न्यूक्लियस के वध तो वध कितना नेड़े पहुँच सकिया। अगर असी उन्होंने डायरैक्टली न्यूक्लियस वाल फायर करांगे, वैन वी डायरैक्टली फायर द पार्टिकल टूवर्ड्स न्यूक्लियस, तो न्यूक्लियस के कितना नेड़े पहुँच सकिया, जिन्ना नेड़े पहुँच सकिया दैट डिस्टेंस, द मिनिमम डिस्टेंस बिटवीन द पार्टिकल एंड द न्यूक्लियस इज़ नोन एज डिस्टेंस ऑफ क्लोजेस्ट अप्रोच। अंडरस्टैंड। अच्छा लिसन, आपाने इहदा फार्मूला बनाना भी है, ठीक है। अच्छा हुण जिमें जिमें ये पार्टिकल नेड़े जाई जा रहा है, उसकी वेलोसिटी घट रही है ना। वेलोसिटी घट रही है, दैट मीनस पार्टिकल की काइनैटिक एनर्जी घट रही है। कि असीं यही कहांगे भी काइनैटिक एनर्जी खत्म होई जा रही है, डिस्ट्रॉय होई जा रही है। प्रिंसीपल ऑफ कंजरवेशन ऑफ एनर्जी के अकॉर्डिंग की पढ़िया हुआ है, एनर्जी कैन नाइदर बी क्रिएटेड नॉर बी डिस्ट्रॉयड, इट कैन ट्रांसफर फ्रॉम वन फॉर्म टू अनदर। ठीक है, ना तो एनर्जी क्रिएट होंदी है, ना ही एनर्जी डिस्ट्रॉय होंदी है, वो सिर्फ ट्रांसफर होंगे फ्रॉम वन फॉर्म टू अनदर। तो बेटा जिमें जिमें अल्फा पार्टिकल नज़दीक जाई जाएगा, उसकी स्पीड घटन नाल उसकी काइनैटिक एनर्जी घटी जाएगी, है ना। काइनैटिक एनर्जी डिक्रीज हो जाएगी, बट उस पोटेंशियल एनर्जी गोज ऑन इंक्रीजिंग, क्योंकि वो अपनी पोजीशन चेंज कर रहे हैं ना। अल्फा पार्टिकल की चेंज कर रहे हैं बेटा, अपनी पोजीशन चेंज कर रहे हैं। पोजीशन चेंज करने नाल पार्टिकल च किहड़ी एनर्जी आती होंदी है, पोटेंशियल एनर्जी आती होंदी है ना बेटा। तो जिमें जिमें अल्फा पार्टिकल नज़दीक जाई जाएगा, उसकी काइनैटिक एनर्जी डिक्रीज हो जाएगी, काइनैटिक एनर्जी गोज ऑन डिक्रीजिंग, बट पोटेंशियल एनर्जी गोज ऑन इंक्रीजिंग। काइनैटिक एनर्जी घटी जाएगी, पोटेंशियल एनर्जी बढ़ी जाएगी, तो इस पोजीशन पर पहुँच के उसकी सारी काइनैटिक एनर्जी खत्म, उसकी काइनैटिक एनर्जी जीरो, उसकी सारी काइनैटिक एनर्जी की बन चुकी होएगी, पोटेंशियल एनर्जी। दैट मीन्स एट पॉइंट पी, है ना, सारी काइनैटिक एनर्जी ऑफ अल्फा पार्टिकल कन्वर्ट्स इनटू इट्स पोटेंशियल एनर्जी। काइनैटिक एनर्जी का फार्मूला हाफ एम वी स्केयर, एम हो गया पार्टिकल का मास, वी हो गई उसकी स्पीड जो वो दूर सीगा, है ना। पोटेंशियल एनर्जी का फार्मूला तुसी यूनिट फर्स्ट च पढ़िया होया, के Q1 Q2 बाय आर। के Q1 हो गया न्यूक्लियस ते चार्ज, Q2 हो गया पार्टिकल ते चार्ज, आर हो गया दोनों च डिस्टेंस, है ना। तो ये काइनैटिक एनर्जी में एवं लिख लें, हाफ एम वी स्केयर में, के ZE 2E बाय आर नोट। ये बेटा आर नोट का फार्मूला बन गया, के ZE 2E बाय, वैसे तो आप ई तो ई मल्टीप्लाई भी कर सकते हैं, के ZE स्केयर भी लिख सकते हैं, पर एवं याद रखियो, बल्कि ये फार्मूला ये तो अल्फा पार्टिकल वास्ते बनाया, ये फार्मूला जो किसी भी पार्टिकल वास्ते लिखना है तो एवं लिख सकते हैं, फॉर एनी पार्टिकल, दिस इज़ फॉर अल्फा पार्टिकल, क्योंकि इस जो चार्ज है अल्फा पार्टिकल का पुट किया है ना। फॉर एनी पार्टिकल
ਪਾਰਟੀਕਲ, ਇੱਥੇ ਉਹਦਾ ਚਾਰਜ ਆ ਜਾਏਗਾ। ਇਹ ਫਾਰਮੂਲਾ ਕਿਸੇ ਵੀ ਚਾਰਜ ਪਾਰਟੀਕਲ ਤੇ ਲੱਗ ਸਕਦਾ ਹੈ। ਇਹ ਫਾਰਮੂਲਾ ਲਗਾ ਕੇ ਅਸੀਂ ਕਿਸੇ ਵੀ ਚਾਰਜ ਪਾਰਟੀਕਲ ਦਾ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਫਾਈਂਡ ਕਰ ਸਕਦੇ ਹਾਂ ਵੀ ਇੱਕ ਪਾਰਟੀਕਲ ਅਗਰ ਅਸੀਂ ਨਿਊਕਲੀਅਸ ਦੇ ਵੱਲ ਫਾਇਰ ਕਰਾਂਗੇ ਤਾਂ ਨਿਊਕਲੀਅਸ ਦੇ ਕਿੰਨਾ ਨੇੜੇ ਜਾ ਸਕਦਾ, ਕਿੰਨਾ ਨੇੜੇ ਜਾ ਕੇ ਫਿਰ ਉਹ ਮੁੜੇਗਾ ਡਿਊ ਟੂ ਦਾ ਫੋਰਸ ਆਫ ਰਿਪਲਸ਼ਨ। ਕਲੀਅਰ ਬੇਟਾ? ਤਾਂ ਇਹ ਫਾਰਮੂਲਾ ਕਿਸੇ ਵੀ ਪਾਰਟੀਕਲ ਵਾਸਤੇ, ਇਹ ਫਾਰਮੂਲਾ ਅਲਫਾ ਪਾਰਟੀਕਲ ਵਾਸਤੇ। ਅਗਰ ਤੁਸੀਂ ਨਾ ਇਸ ਐਕਸਪੈਰੀਮੈਂਟ ਵਾਸਤੇ ਰਦਰਫੋਰਡ ਅਲਫਾ ਐਕਸਪੈਰੀਮੈਂਟ ਵਾਸਤੇ ਸੋਲਵ ਕਰੋ, ਰਦਰਫੋਰਡ ਅਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ ਵਾਸਤੇ ਸੋਲਵ ਕਰੋ, ਉਸ 'ਚ ਬੇਟਾ ਅਲਫਾ ਪਾਰਟੀਕਲਸ ਦੀ ਕਾਈਨੈਟਿਕ ਐਨਰਜੀ ਲਿੱਤੀ ਗਈ ਸੀ 7.7 MeV। ਓਕੇ, MeV 7.7 MeV ਮਿਲੀਅਨ ਦੇ ਵਿੱਚ ਹੁੰਦਾ 10⁶। E ਵਿੱਚ ਬਦਲ ਲਿਆ, ਹੁਣ ਇਹਨੂੰ ਜਾਊਲਸ 'ਚ ਬਦਲ ਲਓ। 1.6 10⁻⁻19 ਨਾਲ ਮਲਟੀਪਲਾਈ ਕਰਕੇ ਇਹਨੂੰ ਕਿਸ 'ਚ ਕਨਵਰਟ ਕਰ ਲਿਆ, ਜਾਊਲਸ 'ਚ। ਇੰਨੀ ਕਾਈਨੈਟਿਕ ਐਨਰਜੀ ਦੇ ਅਲਫਾ ਪਾਰਟੀਕਲ ਸਟਰਾਈਕ ਕਰਵਾਏ ਗਏ ਸੀ। ਗੋਲਡ ਫੋਇਲ, ਗੋਲਡ ਦਾ ਨਿਊਕਲੀਅਸ ਸੀਗਾ 79, ਹੈ ਨਾ। ਇਹ ਵੈਲਿਊਜ਼ ਜਦੋਂ ਇਸ 'ਚ ਪੁੱਟ ਕੀਤੀਆਂ ਗਈਆਂ ਬੇਟਾ, ਕੇ ਦੀ ਵੈਲਿਊ ਤਾਂ ਤੁਹਾਨੂੰ ਪਤਾ ਹੀ ਹੈ 9 × 10⁹ Z ਤੁਹਾਨੂੰ ਹੋ ਗਿਆ, E ਦੀ ਵੈਲਿਊ ਤੁਹਾਨੂੰ ਪਤਾ ਹੈ ਨਾ, E ਦੀ ਵੈਲਿਊ ਪਤਾ ਹੈ, ਕਾਈਨੈਟਿਕ ਐਨਰਜੀ ਤੁਹਾਡੀ ਪਤਾ ਹੋਗੀ, ਹੈ ਨਾ। ਜਦੋਂ ਵੈਲਿਊਜ਼ ਪੁੱਟ ਕਰਕੇ ਸੋਲਵ ਕੀਤਾ, ਔਨ ਸੋਲਵਿੰਗ ਜਿਹੜਾ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਆਇਆ, ਇਹ ਆਇਆ ਬੇਟਾ 30 × 10⁻⁻15 ਮੀਟਰ, ਮਤਲਬ 30 ਫਰਮੀ। ਅਲਫਾ ਪਾਰਟੀਕਲਸ ਨਿਊਕਲੀਅਸ ਦੇ ਇੰਨੀ ਨੇੜੇ ਪਹੁੰਚ ਚੁੱਕੇ ਸੀਗੇ 10⁻⁻15, ਜਿੱਥੋਂ ਉਹ ਵਾਪਿਸ ਹੋਏ ਨੇ, ਹੈ ਨਾ, ਜਿੱਥੋਂ ਉਹ ਵਾਪਿਸ ਹੋਏ ਨੇ। ਜਿਹੜਾ ਇਹ ਡਿਸਟੈਂਸ ਸੀਗਾ 10⁻⁻15 ਮੀਟਰ ਸੀਗਾ ਬੇਟਾ। 30 ਫਰਮੀ ਦਾ ਡਿਸਟੈਂਸ ਸੀਗਾ ਇਹ, ਇੰਨੀ ਨੇੜੇ ਪਹੁੰਚ ਚੁੱਕੇ ਸੀ। ਉੱਥੋਂ ਨਿਊਕਲੀਅਸ ਨੇ ਉਹਨਾਂ ਨੂੰ ਰਿਪੈਲ ਕਰਤਾ। ਐਵੇਂ ਅਸੀਂ ਕਿਸੇ ਵੀ ਪਾਰਟੀਕਲ ਦਾ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਫਾਈਂਡ ਆਊਟ ਕਰ ਸਕਦੇ ਹਾਂ ਬਾਈ ਯੂਜ਼ਿੰਗ ਦਿਸ ਫਾਰਮੂਲਾ। ਤੁਹਾਨੂੰ ਇਹ ਤਾਂ ਕੰਸੈਪਟ ਸਮਝ ਆ ਗਿਆ ਨਾ ਬੇਟਾ ਵੀ ਜਿਵੇਂ ਜਿਵੇਂ ਪਾਰਟੀਕਲ ਨੇੜੇ ਜਾਈ ਜਾਏਗਾ ਉਹਦੀ ਕਾਈਨੈਟਿਕ ਐਨਰਜੀ ਘਟੀ ਜਾਏਗੀ ਬਟ ਉਹਦੀ ਪੋਟੈਂਸ਼ੀਅਲ ਐਨਰਜੀ ਵਧੀ ਜਾਏਗੀ। ਇਸ ਪੋਜੀਸ਼ਨ ਤੇ ਪਹੁੰਚ ਕੇ ਉਹਦੀ ਸਾਰੀ ਕਾਈਨੈਟਿਕ ਐਨਰਜੀ ਖਤਮ ਹੋ ਜਾਏਗੀ। ਸਾਰੀ ਕਾਈਨੈਟਿਕ ਐਨਰਜੀ ਕਿਸ 'ਚ ਕਨਵਰਟ ਹੋ ਜਾਏਗੀ, ਪੋਟੈਂਸ਼ੀਅਲ ਐਨਰਜੀ। ਤਾਂ ਐਟ ਪੁਆਇੰਟ P ਸਾਰੀ ਕਾਈਨੈਟਿਕ ਐਨਰਜੀ ਅਲਫਾ ਪਾਰਟੀਕਲ ਦੀ ਕਿਸ 'ਚ ਕਨਵਰਟ ਹੋ ਚੁੱਕੀ ਸੀ, ਪੋਟੈਂਸ਼ੀਅਲ ਐਨਰਜੀ 'ਚ। ਕਾਈਨੈਟਿਕ ਐਨਰਜੀ ਕਿੰਨੀ ਸੀ ਬੇਟਾ, ਹੱਥੋਂ ਲੈ ਲਈ 1/2 mv²। ਪੋਟੈਂਸ਼ੀਅਲ ਐਨਰਜੀ ਦਾ ਫਾਰਮੂਲਾ ਲਗਾ ਕੇ ਪੋਟੈਂਸ਼ੀਅਲ ਐਨਰਜੀ ਲੈ ਲਈ ਉਰੋਂ, ਹੈ ਨਾ। ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਦਾ ਫਾਰਮੂਲਾ ਬਣ ਗਿਆ। ਠੀਕ ਹੈ, ਹੁਣ ਇੱਕ ਛੋਟਾ ਜਿਹਾ ਕੁਐਸਚਨ ਹੋਰ ਹੈ, ਉਹ ਵੀ ਡਿਸਕਸ ਕਰਦੇ ਹਾਂ ਬੇਟਾ। ਵਿੱਚ ਵਿਚਾਲੇ ਕਿਉਂ ਛੱਡਣਾ ਟੋਪਿਕ ਨੂੰ, ਹੈ ਨਾ। ਛੋਟਾ ਜਿਹਾ ਟੋਪਿਕ ਹੈ, ਇੰਪੈਕਟ ਪੈਰਾਮੀਟਰ। ਵਾਟ ਇਜ਼ ਇੰਪੈਕਟ ਪੈਰਾਮੀਟਰ? ਇੰਪੈਕਟ ਪੈਰਾਮੀਟਰ ਹੁੰਦਾ, ਸੁਣੋ ਦੇਖੋ, ਆਪਣੇ ਕੋਲ ਸਪੋਜ਼ ਕਰੋ ਇਹ ਐਟਮ ਹੈ, ਆ ਹੋ ਗਿਆ ਛੋਟਾ ਜਿਹਾ ਨਿਊਕਲੀਅਸ, ਆ ਹੋਗੀ ਲਾਈਨ ਜਿਹਨੂੰ ਅਸੀਂ ਨਿਊਕਲੀਅਸ ਦੀ ਐਕਸਿਸ ਬੋਲਾਂਗੇ, ਐਕਸਿਸ, ਹੈ ਨਾ। ਮੰਨ ਲਓ ਕੋਈ ਅਲਫਾ ਪਾਰਟੀਕਲ ਅਸੀਂ ਨਿਊਕਲੀਅਸ ਵੱਲ ਫਾਇਰ ਕਰਤਾ, ਕੋਈ ਅਲਫਾ ਪਾਰਟੀਕਲ ਜਾਂ ਕੋਈ ਵੀ ਚਾਰਜ ਪਾਰਟੀਕਲ, ਪੋਜ਼ਿਟਿਵ ਚਾਰਜ ਪਾਰਟੀਕਲ, ਵੀ ਆਰ ਫਾਇਰਿੰਗ ਟੂਵਰਡਸ ਦਾ ਨਿਊਕਲੀਅਸ। ਇਹ ਨਿਊਕਲੀਅਸ ਦੇ ਵੱਲ ਫਾਇਰ ਹੋ ਕੇ ਨਿਊਕਲੀਅਸ ਵੱਲ ਜਾ ਰਿਹਾ, ਹੈ ਨਾ। ਇੱਕ ਪੋਜੀਸ਼ਨ ਤੇ ਪਹੁੰਚ ਕੇ ਨਿਊਕਲੀਅਸ ਨੇ ਇਸ ਤੇ ਕੀ ਲਗਾਤੀ ਬੇਟਾ, ਫੋਰਸ ਆਫ ਰਿਪਲਸ਼ਨ, ਇਹ ਰਿਪੈਲ ਹੋ, ਸਕੈਟਰ ਹੋ ਗਿਆ। ਤਾਂ ਇਹਨੂੰ ਅਸੀਂ ਕਹਾਂਗੇ ਵੀ ਨਿਊਕਲੀਅਸ ਨੇ ਇਸ ਪਾਰਟੀਕਲ ਤੇ ਆਪਣਾ ਇੰਪੈਕਟ ਸ਼ੋ ਕੀਤਾ, ਹੈ ਨਾ। ਕੁਛ ਪਾਰਟੀਕਲ ਇਹੋ ਜਿਹੇ ਹੁੰਦੇ ਨੇ ਜਿਹੜੇ ਨਿਊਕਲੀਅਸ ਦੇ ਜ਼ਿਆਦਾ ਨੇੜੇ ਜਾਂਦੇ ਨੇ, ਹੈ ਨਾ। ਜ਼ਿਆਦਾ ਨੇੜੇ ਜਾਣ ਕਾਰਨ, ਹੈ ਨਾ, ਨਿਊਕਲੀਅਸ ਉਹਨਾਂ 'ਤੇ ਫੋਰਸ ਆਫ ਰਿਪਲਸ਼ਨ ਲਗਾ ਕੇ ਉਹਨਾਂ ਨੂੰ ਜ਼ਿਆਦਾ ਐਂਗਲ 'ਤੇ ਮੋੜ ਦਿੰਦਾ। ਮਤਲਬ ਨਿਊਕਲੀਅਸ ਕਈ ਅਲਫਾ ਪਾਰਟੀਕਲਸ 'ਤੇ ਫੋਰਸ ਲਗਾ ਕੇ ਉਹਨਾਂ ਨੂੰ ਘੱਟ ਐਂਗਲ 'ਤੇ ਮੋੜਦਾ ਹੈ, ਕਈਆਂ 'ਤੇ ਫੋਰਸ ਲਗਾ ਕੇ ਉਹਨਾਂ ਨੂੰ ਜ਼ਿਆਦਾ ਐਂਗਲ 'ਤੇ ਮੋੜਦਾ ਹੈ। ਦੈਟ ਮੀਨਸ ਆਪਾਂ ਇਹ ਕਹਾਂਗੇ ਵੀ ਫਸਟ ਪਾਰਟੀਕਲ 'ਤੇ ਨਿਊਕਲੀਅਸ ਦਾ ਇੰਪੈਕਟ ਘੱਟ ਸੀਗਾ, ਸੈਕਿੰਡ ਪਾਰਟੀਕਲ 'ਤੇ ਨਿਊਕਲੀਅਸ ਦਾ ਇੰਪੈਕਟ ਕੀ ਪਿਆ, ਜ਼ਿਆਦਾ ਪਿਆ। ਤਾਂ ਜਿਹੜਾ ਪੈਰਾਮੀਟਰ ਇਹ ਇੰਪੈਕਟ ਡਿਸਾਈਡ ਕਰੇ ਵੀ ਨਿਊਕਲੀਅਸ ਦਾ ਪਾਰਟੀਕਲ 'ਤੇ ਇੰਪੈਕਟ ਕਿੰਨਾ ਪਏਗਾ, ਹੈ ਨਾ, ਦੈਟ ਇਜ਼ ਨੋਨ ਐਜ਼ ਇੰਪੈਕਟ ਪੈਰਾਮੀਟਰ। ਅਤੇ ਉਹ ਡਿਸਾਈਡ ਕਰਦਾ ਆਹ ਵਾਲਾ ਪਰਪੈਂਡੀਕੂਲਰ ਡਿਸਟੈਂਸ, ਦਿਸ ਇਜ਼ ਨੋਨ ਐਜ਼ ਇੰਪੈਕਟ ਪੈਰਾਮੀਟਰ। ਆਹ ਵਾਲਾ the perpendicular distance between the velocity vector from the axis of the nucleus is known as impact parameter।
ਜਿੰਨਾ ਇਹ ਬੀ ਜ਼ਿਆਦਾ ਹੋਏਗਾ ਓਨਾ ਇੰਪੈਕਟ ਘੱਟ ਹੋਏਗਾ, ਜਿੰਨਾ ਇਹ ਬੀ ਘੱਟ ਹੋਏਗਾ ਓਨਾ ਨਿਊਕਲੀਅਸ ਦਾ ਪਾਰਟੀਕਲ 'ਤੇ ਇੰਪੈਕਟ ਜ਼ਿਆਦਾ ਹੋਏਗਾ। that perpendicular distance between the velocity vector and the axis of the nucleus ਦਾ axis ਹੈ ਨਾ, ਤੇ ਜਿਹੜਾ ਇਹ velocity vector ਹੈ ਇਹਦੇ ਵਿੱਚ ਜਿਹੜਾ perpendicular distance ਹੈ that is known as impact parameter ਬੇਟਾ। ਜਿੰਨਾ ਇਹ ਲਾਰਜ ਹੋਏਗਾ ਓਨਾ ਸਮੋਲ ਐਂਗਲ 'ਤੇ ਪਾਰਟੀਕਲ ਮੁੜੇਗਾ, ਜਿੰਨਾ ਇਹ ਸਮੋਲ ਹੋਏਗਾ ਓਨਾ ਇਹ ਲਾਰਜ ਐਂਗਲ 'ਤੇ ਮੁੜੇਗਾ ਪਾਰਟੀਕਲ, ਓਨਾ ਇੰਪੈਕਟ ਸਟਰੋਂਗ ਹੋਏਗਾ। ਤੁਸੀਂ ਇਹ ਬੀ ਫਾਈਂਡ ਆਊਟ ਕਰ ਸਕਦੇ ਹੋ, ਜਿਵੇਂ ਤੁਸੀਂ ਆਹ ਫਾਰਮੂਲਾ ਲਿਖਿਆ ਸੀਗਾ ਨਾ, ਆਹ ਵਾਲਾ ਫਾਰਮੂਲਾ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਵਾਲਾ, ਇਹੀ ਫਾਰਮੂਲਾ ਲਗਾ ਸਕਦੇ ਹੋ ਕੇ ZE ਯੂ ਕੇ, ਬਸ ਇੱਥੇ ਈ ਸਕੇਅਰ ਇੱਥੇ ਆ ਜਾਏਗਾ ਕੋਟ θ/2। ਹਾਂ ਇਹਦੇ ਵਰਗਾ ਹੀ ਹੈ, ਕੇ ਸੇਮ ਹੈ, ਯੂ ਕੇ ਸੇਮ ਹੈ, ZE ਸੇਮ ਹੈ, ਬਸ ਆ ਕਿਊ ਦੀ ਜਗ੍ਹਾ ਕੀ ਲਗਾਉਣਾ ਹੈ, ਕੋਟ θ/2 ਅਤੇ ਈ ਦਾ ਸਕੇਅਰ ਲਗਾਉਣਾ ਹੈ ਨਾ। ਇਹ ਫਾਰਮੂਲੇ ਦੀ ਡੈਰੀਵੇਸ਼ਨ ਆਪਾਂ ਨਹੀਂ ਕਰਨੀ ਬੇਟਾ, ਬਟ ਇਹ ਫਾਰਮੂਲਾ ਲਗਾ ਕੇ ਤੁਸੀਂ ਕਿਸੇ ਵੀ ਪਾਰਟੀਕਲ ਦਾ ਇੰਪੈਕਟ ਫਾਈਂਡ ਆਊਟ ਕਰ ਸਕਦੇ ਹੋ, ਇੰਪੈਕਟ ਪੈਰਾਮੀਟਰ ਲਗਾ ਕੇ, ਠੀਕ ਹੈ। ਤਾਂ ਇਹ ਸਾਰਾ ਕੁਝ ਸੀਗਾ ਅਬਾਊਟ ਰਦਰਫੋਰਡਸ ਐਟੋਮਿਕ ਮਾਡਲ ਬਾਰੇ, ਉਹਨਾਂ ਦੇ ਛੋਟੇ ਛੋਟੇ ਕੰਸੈਪਟਸ, ਡਿਸਟੈਂਸ ਆਫ ਕਲੋਜ਼ੈਸਟ ਅਪਰੋਚ, ਇੰਪੈਕਟ ਪੈਰਾਮੀਟਰ। ਤੁਹਾਨੂੰ ਪਤਾ ਰਦਰਫੋਰਡ ਦੀ ਲਿਮਿਟੇਸ਼ਨ ਸੀਗੀ, ਜਿਸ ਦੇ ਕਾਰਨ ਰਦਰਫੋਰਡ ਦਾ ਮਾਡਲ ਵੀ ਫੇਲ ਹੋ ਗਿਆ ਸੀ। ਵਟ ਇਜ਼ ਦੈਟ ਲਿਮਿਟੇਸ਼ਨ? ਉਹ ਲਿਮਿਟੇਸ਼ਨ ਕੰਪਲੀਟ ਕਰਦੇ ਹਾਂ ਫਿਰ ਵੀਡੀਓ ਇਜ਼ ਓਵਰ। ਲਿਮਿਟੇਸ਼ਨ ਆਫ ਰਦਰਫੋਰਡਸ ਐਟੋਮਿਕ ਮਾਡਲ, ਧਿਆਨ ਨਾਲ ਸਮਝਿਓ। ਤਾਂ ਬੇਟਾ ਰਦਰਫੋਰਡ ਦੇ ਅਕੋਰਡਿੰਗ ਜਿਹੜੇ ਇਲੈਕਟ੍ਰੋਨਸ ਹੈ ਉਹ ਨਿਊਕਲੀਅਸ ਦੇ ਅਰਾਊਂਡ, ਦਿਸ ਇਜ਼ ਨਿਊਕਲੀਅਸ, ਇਲੈਕਟ੍ਰੋਨਸ ਇਸ ਦੇ ਅਰਾਊਂਡ ਸਰਕੂਲਰ ਪਾਥ 'ਚ ਮੂਵ ਕਰਦੇ ਨੇ। ਇਲੈਕਟ੍ਰੋਨਸ ਮੂਵ ਅਰਾਊਂਡ ਦਾ ਨਿਊਕਲੀਅਸ ਇਨ ਅ ਸਰਕੂਲਰ ਪਾਥ, ਠੀਕ ਹੈ। ਤਾਂ ਬੇਟਾ ਇਲੈਕਟ੍ਰੋਨ ਚਾਰਜ ਪਾਰਟੀਕਲ ਨੇ, ਧਿਆਨ ਨਾਲ ਸਮਝਿਓ, ਹੈਗੇ ਨੇ ਨਾ, ਇਲੈਕਟ੍ਰੋਨ ਚਾਰਜ ਪਾਰਟੀਕਲ ਨੇ ਐਂਡ ਇਹਨਾਂ ਦਾ ਮੋਸ਼ਨ ਸਰਕੂਲਰ ਮੋਸ਼ਨ ਹੈ। ਸਰਕੂਲਰ ਮੋਸ਼ਨ ਇਜ਼ ਐਨ ਐਗਜ਼ਾਮਪਲ ਆਫ ਐਕਸਲਰੇਟਿਡ ਮੋਸ਼ਨ, ਪੜ੍ਹਿਆ ਨਾ ਤੁਸੀਂ। ਇੱਕ ਤਾਂ ਇਲੈਕਟ੍ਰੋਨ ਚਾਰਜ ਪਾਰਟੀਕਲ ਨੇ ਬੇਟਾ, ਐਂਡ ਦੂਸਰੇ ਉਹਨਾਂ ਦਾ ਮੋਸ਼ਨ ਸਰਕੂਲਰ ਮੋਸ਼ਨ ਹੈ। ਸਰਕੂਲਰ ਮੋਸ਼ਨ ਇੱਕ ਐਕਸਲਰੇਟਿਡ ਮੋਸ਼ਨ ਹੁੰਦਾ। ਸਰਕੂਲਰ ਮੋਸ਼ਨ 'ਚ ਪਾਰਟੀਕਲ 'ਚ ਐਕਸਲੇਸ਼ਨ ਆਉਂਦੀ ਹੁੰਦੀ ਹੈ। ਕਿਹੜੀ ਐਕਸਲੇਸ਼ਨ ਆਉਂਦੀ ਹੁੰਦੀ ਹੈ? ਸੈਂਟਰੀਪੀਟਲ ਐਕਸਲੇਸ਼ਨ ਆਉਂਦੀ ਹੁੰਦੀ ਹੈ। ਮੋਰ ਓਵਰ ਸਰਕੂਲਰ ਮੋਸ਼ਨ 'ਚ ਪਾਰਟੀਕਲ ਦੀ ਡਾਇਰੈਕਸ਼ਨ ਹਰ ਪੁਆਇੰਟ 'ਤੇ ਕੀ ਚੇਂਜ ਹੋ ਰਹੀ ਹੈ? ਹਰ ਪੁਆਇੰਟ 'ਤੇ ਚੇਂਜ ਹੋ ਰਹੀ ਹੈ ਨਾ, ਡਿਊ ਟੂ ਚੇਂਜ ਇਨ ਡਾਇਰੈਕਸ਼ਨ ਵੈਲੋਸਿਟੀ ਚੇਂਜ ਹੋ ਰਹੀ ਹੈ। ਵੈਲੋਸਿਟੀ ਚੇਂਜ ਹੋਣ ਕਾਰਨ ਇਸ ਮੋਸ਼ਨ ਨੂੰ ਐਕਸਲਰੇਟਿਡ ਮੋਸ਼ਨ ਕਿਹਾ ਜਾਂਦਾ ਹੈ। ਐਂਡ ਅਸੀਂ ਯੂਨਿਟ 5th 'ਚ ਪੜ੍ਹਿਆ ਵੀ ਇੱਕ ਐਕਸਲਰੇਟਿਡ ਚਾਰਜ ਪਾਰਟੀਕਲ ਪ੍ਰੋਡਿਊਸਿਸ EM waves, ਪੜ੍ਹਿਆ ਕਿ ਨਹੀਂ ਪੜ੍ਹਿਆ? ਯੂਨਿਟ 5th 'ਚ ਪੜ੍ਹਿਆ ਬੇਟਾ ਇਹ। ਇੱਕ ਐਕਸਲਰੇਟਿਡ ਚਾਰਜ ਪਾਰਟੀਕਲ, ਇੱਕ ਤਾਂ ਚਾਰਜ ਪਾਰਟੀਕਲ ਹੋਵੇ, ਇੱਕ ਐਕਸਲਰੇਟਿਡ ਹੋਵੇ। ਇੱਕ ਤਾਂ ਕੀ ਹੋਵੇ ਉਹ ਚਾਰਜ ਪਾਰਟੀਕਲ, ਇੱਕ ਕੀ ਹੋਵੇ ਐਕਸਲਰੇਟਿਡ, ਫਿਰ ਉਹ EM waves ਪ੍ਰੋਡਿਊਸ ਕਰਦਾ ਹੁੰਦਾ ਹੈ। ਐਂਡ EM waves ਕੈਰੀਜ਼ ਐਨਰਜੀ, EM waves ਐਨਰਜੀ ਹੁੰਦੀ ਹੈ। ਤਾਂ ਇਸ ਦਾ ਮਤਲਬ ਜਿਹੜਾ ਇਹ ਇਲੈਕਟ੍ਰੋਨ ਹੈ ਜਦੋਂ ਇਹ ਮੂਵ ਕਰੇਗਾ ਇਹ ਵੀ EM waves ਰੇਡੀਏਟ ਕਰੇਗਾ। ਇਟ ਰੇਡੀਏਟਸ EM wave, ਇਟ ਰੇਡੀਏਟਸ ਐਨਰਜੀ। EM waves ਐਨਰਜੀ ਹੁੰਦੀ ਨਾ ਬੇਟਾ, ਤਾਂ ਉਹ ਐਨਰਜੀ ਰੇਡੀਏਟ ਕਰੇਗਾ। ਜੇ ਇਹ ਐਨਰਜੀ ਰੇਡੀਏਟ ਕਰੇਗਾ ਤਾਂ ਇਹਦਾ ਔਰਬਿਟ ਹੌਲੀ ਹੌਲੀ ਸਮੋਲ ਹੁੰਦਾ ਜਾਏਗਾ। ਜਿਵੇਂ ਜਿਵੇਂ ਇਹ ਐਨਰਜੀ ਰੇਡੀਏਟ ਕਰੇਗਾ ਉਵੇਂ ਉਵੇਂ ਇਹਦਾ ਔਰਬਿਟ ਸਮੋਲ ਹੁੰਦਾ ਜਾਏਗਾ, ਹੈ ਨਾ। ਜਿਵੇਂ ਜਿਵੇਂ ਐਨਰਜੀ, ਤੁਹਾਨੂੰ ਵੀ ਪਤਾ ਵੀ ਜਿੰਨੀ ਐਨਰਜੀ ਜ਼ਿਆਦਾ ਹੁੰਦੀ ਹੈ ਓਨਾ ਇਲੈਕਟ੍ਰੋਨ ਹਾਇਰ ਔਰਬਿਟ 'ਚ ਹੁੰਦਾ ਹੈ। ਜਦੋਂ ਉਹਦੀ ਐਨਰਜੀ ਘੱਟ ਜਾਂਦੀ ਹੈ ਉਹ ਲੋਅਰ ਔਰਬਿਟ 'ਚ ਆ ਜਾਂਦਾ। ਅਤੇ ਜਿਵੇਂ ਜਿਵੇਂ ਇਹਦੀ ਐਨਰਜੀ ਕੰਟੀਨਿਊਸਲੀ ਘਟੀ ਜਾਏਗੀ ਇਹਦਾ ਔਰਬਿਟ ਛੋਟਾ ਹੁੰਦਾ ਜਾਏਗਾ, ਹੈ ਨਾ। ਇਹਦਾ ਔਰਬਿਟ ਛੋਟਾ ਹੁੰਦਾ ਜਾਏਗਾ, ਔਰਬਿਟ ਛੋਟਾ ਹੁੰਦਾ ਜਾਏਗਾ। ਫਾਈਨਲੀ ਹੈ ਨਾ ਉਹ ਇਲੈਕਟ੍ਰੋਨ ਨਿਊਕਲੀਅਸ 'ਚ ਫਾਲ ਕਰ ਜਾਏਗਾ। ਇਕੱਲਾ ਉਹੀ ਇਲੈਕਟ੍ਰੋਨ ਨਹੀਂ, ਸਾਰੇ ਇਲੈਕਟ੍ਰੋਨਸ ਹੌਲੀ ਹੌਲੀ ਕਰਕੇ ਕਿਸ 'ਚ ਫਾਲ ਕਰ ਜਾਣਗੇ? ਨਿਊਕਲੀਅਸ 'ਚ, ਹੈ ਨਾ। ਨੈਗੇਟਿਵ ਚਾਰਜ strikes with positive charge, neutralize it, है ना। पॉजिटिव चार्ज नेगेटिव चार्ज ਨੂੰ न्यूट्रलाइज ਕਰ ਜਾਏਗਾ, ਐਟਮ ਖਤਮ ਹੋ ਜਾਏਗਾ। ਤਾਂ
ਇੱਥੇ ਰਦਰਫੋਰਡ ਨੂੰ ਉਲਝਾਇਆ ਗਿਆ ਸੀਗਾ। ਰਦਰਫੋਰਡ ਨੂੰ ਕਿਹਾ ਗਿਆ ਸੀਗਾ ਵੀ ਤੇਰੀ ਥਿਊਰੀ ਦੇ ਅਕੋਰਡਿੰਗ ਵੀ ਅਗਰ ਇਲੈਕਟ੍ਰੋਨਸ ਨਿਊਕਲੀਅਸ ਦੇ ਅਰਾਊਂਡ ਸਰਕੂਲਰ ਪਾਥ 'ਚ ਮੂਵ ਕਰਦੇ ਨੇ, ਅਗਰ ਇਲੈਕਟ੍ਰੋਨਸ ਨਿਊਕਲੀਅਸ ਦੇ ਅਰਾਊਂਡ ਸਰਕੂਲਰ ਪਾਥ 'ਚ ਮੂਵ ਕਰਦੇ ਨੇ, ਇਲੈਕਟ੍ਰੋਨਸ ਕੀ ਨੇ? ਚਾਰਜ ਪਾਰਟੀਕਲ, ਹੈ ਨਾ। ਉਹਨਾਂ ਦਾ ਮੋਸ਼ਨ ਕੀ ਹੈ? ਸਰਕੂਲਰ ਮੋਸ਼ਨ। ਸਰਕੂਲਰ ਮੋਸ਼ਨ ਕੀ ਹੁੰਦਾ? ਐਕਸਲਰੇਟਡ ਚਾਰਜ ਪਾਰਟੀਕਲ ਕੀ ਪ੍ਰੋਡਿਊਸ ਕਰਦੇ ਹੁੰਦੇ ਨੇ? ਈ ਐਮ ਵੇਵਸ। ਈ ਐਮ ਵੇਵਸ ਕੀ ਹੁੰਦੀ ਹੈ? ਐਨਰਜੀ, ਹੈ ਨਾ। ਤਾਂ ਰਦਰਫੋਰਡ ਕਹਿੰਦਾ ਯੈਸ ਇਹ ਸਾਰਾ ਕੁਝ ਸਹੀ ਹੈ ਵੀ ਈ ਐਮ ਵੇਵਸ ਐਨਰਜੀ ਹੁੰਦੀ ਹੈ, ਇਲੈਕਟ੍ਰੋਨ ਚਾਰਜ ਪਾਰਟੀਕਲ ਹੈ, ਮੋਸ਼ਨ ਸਰਕੂਲਰ ਹੈ, ਮੋਸ਼ਨ ਐਕਸਲਰੇਟਡ ਹੋ ਗਿਆ। ਦੈਟ ਮੀਨਸ ਫਿਰ ਉਹਨਾਂ ਨੇ ਕਿਹਾ ਵੀ ਜੇ ਇਲੈਕਟ੍ਰੋਨ ਚਾਰਜ ਪਾਰਟੀਕਲ ਹੈ ਐਂਡ ਉਹਦਾ ਮੋਸ਼ਨ ਐਕਸਲਰੇਟਡ ਹੈ ਤਾਂ ਉਹ ਵੀ ਈ ਐਮ ਵੇਵਸ ਪ੍ਰੋਡਿਊਸ ਕਰੇਗਾ, ਆਪਣੀ ਐਨਰਜੀ ਰੇਡੀਏਟ ਕਰੇਗਾ ਇਨ ਦਾ ਫੋਰਮ ਆਫ ਈ ਐਮ ਵੇਵਸ। ਜੇ ਇਲੈਕਟ੍ਰੋਨ ਦੀ ਐਨਰਜੀ ਘਟੇਗੀ ਤਾਂ ਇਲੈਕਟ੍ਰੋਨ ਆਪਣਾ ਔਰਬਿਟ ਸਮੋਲ ਕਰੇਗਾ, ਹੌਲੀ ਹੌਲੀ ਐਨਰਜੀ ਘਟੀ ਜਾਏਗੀ, ਔਰਬਿਟ ਸਮੋਲ ਹੁੰਦਾ ਜਾਏਗਾ, ਐਨਰਜੀ ਘਟੀ ਜਾਏਗੀ, ਔਰਬਿਟ ਸਮੋਲ ਹੁੰਦਾ ਜਾਈ ਜਾਏਗਾ, ਐਨਰਜੀ ਘਟੀ ਜਾਏਗੀ, ਔਰਬਿਟ ਸਮੋਲ ਹੁੰਦਾ ਜਾਈ ਜਾਏਗਾ। ਫਾਈਨਲੀ ਇਲੈਕਟ੍ਰੋਨ ਨਿਊਕਲੀਅਸ ਨਾਲ ਟਕਰਾ ਜਾਏਗਾ ਐਂਡ ਐਟਮ ਵਿਲ ਵੈਨਿਸ਼, ਐਟਮ ਖਤਮ ਹੋ ਜਾਏਗਾ, ਹੈ ਨਾ। ਤਾਂ ਰਦਰਫੋਰਡ ਇੱਥੇ ਉਲਝ ਗਿਆ ਸੀ, ਉਹ ਇਹਨੂੰ ਐਕਸਪਲੇਨ ਨਹੀਂ ਕਰ ਪਾਇਆ ਸੀ। ਉਹਨਾਂ ਨੇ ਕਿਹਾ ਵੀ ਐਟਮ ਖਤਮ ਤਾਂ ਹੁੰਦਾ ਨਹੀਂ। ਰਦਰਫੋਰਡ ਦੇ ਅਕੋਰਡਿੰਗ ਐਟਮ ਕੀ ਹੋ ਜਾਏਗਾ? ਖਤਮ। ਰਦਰਫੋਰਡ ਐਟੋਮਿਕ ਮਾਡਲ ਦੇ ਅਕੋਰਡਿੰਗ ਇਹ ਐਟਮ ਖਤਮ ਹੋ ਜਾਏਗਾ, ਹੌਲੀ 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 ਕਰਕੇ ਇਲੈਕਟ੍ਰੋਨ ਨਿਊਕਲੀਅਸ 'ਚ ਟਕਰਾ ਜਾਣਗੇ, ਐਟਮ ਖਤਮ ਹੋ ਜਾਏਗਾ। ਪਰ ਕਹਿੰਦੇ ਐਟਮ ਖਤਮ ਹੁੰਦਾ ਨਹੀਂ। ਐਜ਼ ਵੀ ਆਲ ਨੋ ਐਟਮ ਇਜ਼ ਸਟੇਬਲ, ਐਟਮ ਸਟੇਬਲ ਹੈ, ਖਤਮ ਨਹੀਂ ਹੁੰਦਾ, ਹੈ ਨਾ। ਤਾਂ ਰਦਰਫੋਰਡ ਐਟਮ ਦੀ ਸਟੇਬਿਲਿਟੀ ਐਕਸਪਲੇਨ ਨਹੀਂ ਕਰ ਪਾਇਆ ਸੀ, ਵਾਈ ਐਟਮ ਇਜ਼ ਸਟੇਬਲ। ਇਹ ਲਿਮਿਟੇਸ਼ਨ ਬਣ ਗਈ ਸੀ ਰਦਰਫੋਰਡਸ ਐਟੋਮਿਕ ਮਾਡਲ ਦੀ। This becomes the limitation. Rutherford's does not explain stability of atom. Atom ਦੀ stability explain ਨਹੀਂ ਕਰ ਪਾਇਆ ਸੀ ਬੇਟਾ ਰਦਰਫੋਰਡ। ਤੁਹਾਨੂੰ ਸਮਝ ਆਇਆ ਹੈ ਨਾ ਵੀ ਐਟਮ ਵਾਈ ਐਟਮ ਰਿਮੇਨਸ ਸਟੇਬਲ। ਉਸ ਦੀ ਥਿਊਰੀ ਦੇ ਅਕੋਰਡਿੰਗ ਐਟਮ ਖਤਮ ਹੋ ਜਾਣਾ ਚਾਹੀਦਾ। ਇਲੈਕਟ੍ਰੋਨ ਇਜ਼ ਅ ਚਾਰਜ ਪਾਰਟੀਕਲ ਜਿਹੜਾ ਕਿ ਸਰਕੂਲਰ ਮੋਸ਼ਨ ਕਰ ਰਿਹਾ, ਉਹਦਾ ਮੋਸ਼ਨ ਐਕਸਲਰੇਟਡ ਹੈ। ਐਂਡ ਅਸੀਂ ਪੜ੍ਹਿਆ ਈ ਐਮ ਵੇਵ ਥਿਊਰੀ ਦੇ ਅਕੋਰਡਿੰਗ ਅਸੀਂ ਪੜ੍ਹਿਆ ਇੱਕ ਐਕਸਲਰੇਟਡ ਚਾਰਜ ਪਾਰਟੀਕਲ ਈ ਐਮ ਵੇਵਸ ਪ੍ਰੋਡਿਊਸ ਕਰਦਾ ਹੁੰਦਾ। ਈ ਐਮ ਵੇਵਸ ਦੇ ਵਿੱਚ ਐਨਰਜੀ ਹੁੰਦੀ ਹੈ। ਦੈਟ ਮੀਨਸ ਇਲੈਕਟ੍ਰੋਨਸ ਜਦੋਂ ਸਰਕੂਲਰ ਮੋਸ਼ਨ ਕਰਨਗੇ ਤਾਂ ਐਨਰਜੀ ਰੇਡੀਏਟ ਕਰਨਗੇ ਇਨ ਦਾ ਫੋਰਮ ਆਫ ਈ ਐਮ ਵੇਵਸ। ਜਦੋਂ ਉਹਨਾਂ ਦੀ ਐਨਰਜੀ ਰੇਡੀਏਟ ਹੋਏਗੀ ਤਾਂ ਉਹਨਾਂ ਦੀ ਐਨਰਜੀ ਘਟੇਗੀ ਤਾਂ ਆਪਣਾ ਔਰਬਿਟ ਛੋਟਾ ਕਰਨਗੇ ਐਂਡ ਹੌਲੀ ਹੌਲੀ ਕਰਕੇ ਐਨਰਜੀ ਘਟੀ ਜਾਏਗੀ, ਔਰਬਿਟ ਸਮੋਲ ਹੁੰਦਾ ਜਾਈ ਜਾਏਗਾ। ਫਾਈਨਲੀ ਉਹ ਇਲੈਕਟ੍ਰੋਨਸ ਨਿਊਕਲੀਅਸ 'ਚ ਟਕਰਾ ਜਾਣਗੇ, ਐਟਮ ਵਿਲ ਵੈਨਿਸ਼। ਬਟ ਐਜ਼ ਵੀ ਆਲ ਨੋ ਐਟਮ ਰਿਮੇਨਸ ਸਟੇਬਲ, ਐਟਮ ਡਜ਼ ਨੋਟ ਵੈਨਿਸ਼, ਐਟਮ ਖਤਮ ਨਹੀਂ ਹੁੰਦਾ, ਐਟਮ ਕੀ ਰਹਿੰਦਾ? ਸਟੇਬਲ ਰਹਿੰਦਾ। ਐਟਮ ਸਟੇਬਲ ਕਿਉਂ ਰਹਿੰਦਾ ਹੈ? ਵਾਈ ਐਟਮ ਰਿਮੇਨਸ ਸਟੇਬਲ, ਹੈ ਨਾ। ਇਹ ਐਕਸਪਲੇਨ ਨਹੀਂ ਕਰ ਪਾਇਆ ਸੀ ਰਦਰਫੋਰਡ ਐਂਡ ਇਟ ਬਿਕਮਸ ਦ ਲਿਮਿਟੇਸ਼ਨ ਆਫ ਰਦਰਫੋਰਡਸ ਐਟੋਮਿਕ ਮਾਡਲ। ਇਹ ਰਦਰਫੋਰਡਸ ਦੀ ਐਟੋਮਿਕ ਮਾਡਲ ਦੀ ਲਿਮਿਟੇਸ਼ਨ ਬਣ ਗਈ ਸੀ। ਇਸ ਨੂੰ ਐਕਸਪਲੇਨ ਕੀਤਾ ਸੀ ਨੀਲ ਬੋਹਰ ਨੇ। ਇਸ ਨੂੰ ਰਦਰਫੋਰਡ ਨਹੀਂ ਐਕਸਪਲੇਨ ਕਰ ਪਾਇਆ ਸੀ ਬੇਟਾ, ਇਸ ਨੂੰ ਕਿਸ ਨੇ ਐਕਸਪਲੇਨ ਕੀਤਾ ਸੀ? ਨੀਲ ਬੋਹਰ ਨੇ ਆਪਣੇ ਮਾਡਲ 'ਚ। ਉਹ ਆਪਾਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ, ਠੀਕ ਹੈ। ਦਿਸ ਇਜ਼ ਲਿਮਿਟੇਸ਼ਨ ਆਫ ਰਦਰਫੋਰਡਸ ਐਟੋਮਿਕ ਮਾਡਲ, ਠੀਕ ਹੈ। ਹੋਪ ਯੂ ਅੰਡਰਸਟੈਂਡ ਵੈਰੀ ਵੈਲ। ਸਾਰਾ ਕੁਛ ਆਲਰੇਡੀ ਤੁਸੀਂ ਪੜ੍ਹਿਆ ਹੋਇਆ, ਮੈਂ ਤਾਂ ਸਿਰਫ ਤੁਹਾਨੂੰ ਰੀਕੈਪ ਹੀ ਕਰਵਾਇਆ ਬੇਟਾ। ਕੈਮਿਸਟਰੀ 'ਚ ਆਲਰੇਡੀ ਤੁਸੀਂ ਸ਼ਾਇਦ ਸਾਰਾ ਕੁਛ ਪੜ੍ਹਿਆ ਹੋਇਆ, ਠੀਕ ਹੈ। ਕੋਈ ਪ੍ਰੋਬਲਮ ਹੈ ਆਪਾਂ ਬਾਅਦ 'ਚੋਂ ਡਿਸਕਸ ਕਰਦੇ ਹਾਂ ਜਾਂ ਕਾਲ ਕਰ ਲਿਓ ਮੈਨੂੰ। ਵੈਸੇ ਮੈਨੂੰ ਲੱਗਦਾ ਨਹੀਂ ਵੀ ਕੋਈ ਪ੍ਰੋਬਲਮ ਹੋਏਗੀ, ਸਮਝ ਆ ਚੁੱਕਿਆ ਹੋਏਗਾ ਤੁਹਾਨੂੰ ਸਾਰਾ, ਹੈ ਨਾ। ਥੈਂਕ ਯੂ ਵੈਰੀ ਮੱਚ।